सत श्री अकाल। स्क्रॉल पंजाब देख रहे तमाम दर्शकों का स्वागत ते मैं खुशबू शो लैके हाजिर हाँ। खास शो स्क्रॉल पंजाब दा चलिए समुद्रों पार, जिस दे विच विदेश जाण नूं लैके दर्शकों दे नाल गलबात की जाती है। सीधी लाइव गल हुंदी है जिस दे विच तुसीं कोई भी सवाल पूछना चाहते हो, मन दे विच कोई सवाल है विदेश जाण नूं लैके, तां साडे नाल स्क्रीन ते दिते हुए नंबर ते कॉल कर सकते हो, संपर्क कर सकते हो। कोई सवाल विदेश जाण नूं लैके है तो तुसीं पुछ सकते हो। जिते इस शो दे विच असीं खास मेहमानां दे नाल तुहाडी मुलाकात करवाउने आ, जिन्हां दे कोल तुसीं अपनी मन दे विच जो भी क्यूरी है, कुछ भी पुछना चाहते हो, उन्हां दे नाल गल कर सकते हो। ते अज शो दे विच साडे नाल फ्यूचर डिवेलपर कंसलटेंट तो बलजिंदर सिंह जी मौजूद ने। सत श्री अकाल सर, स्क्रॉल सत श्री अकाल मैम जी। ਤੇ ਸਰ ਸਭ ਤੋਂ ਪਹਿਲੇ ਗੱਲ ਕਰਾਂਗੇ ਯੂਕੇ ਦੇ ਲਈ ਕਿ ਯੂਕੇ ਦੇ ਇਸ ਸਮੇਂ ਵੀਜ਼ੇ ਕਾਫੀ ਲੱਗ ਰਹੇ ਨੇ, ਤੇ ਯੂਕੇ ਦੇ ਵਿੱਚ ਜੇਕਰ ਕੋਈ ਜਾਣਾ ਚਾਹੁੰਦਾ ਤਾਂ ਕਿਸ ਤਰੀਕੇ ਦੇ ਨਾਲ ਸਟੱਡੀ ਦੇ ਲਈ ਕੀ, ਸਟੱਡੀ ਵੀਜ਼ੇ ਦੇ ਲਈ ਕੀ ਹੈ ਤੇ ਸਪਾਊਸ ਵੀਜ਼ੇ ਦੇ ਲਈ ਕੀ ਹੈ? ਬਿਲਕੁਲ ਖੁਸ਼ਬੂ, ਫਸਟ ਆਫ ਆਲ ਤਾਂ ਮੈਂ ਸਾਰੇ ਆਪਣੇ ਜਿਹੜੇ ਵੀ ਸਰੋਤੇ ਇਸ ਸ਼ੋਅ ਨੂੰ ਵੇਖ ਰਹੇ ਆ ਉਹਨਾਂ ਨੂੰ ਮਤਲਬ ਕਿ ਮੁਬਾਰਕਬਾਦ ਦੇਣਾ ਚਾਹੁੰਦਾ, ਕਿਉਂਕਿ ਜਿਹੜਾ ਸਾਡਾ ਪ੍ਰੀਵੀਅਸ ਇਨਟੇਕ ਜਨਵਰੀ ਇਨਟੇਕ ਹੈ ਕਾਫੀ ਸਕਸੈਸਫੁਲ ਇਨਟੇਕ ਰਿਹਾ ਹੈਗਾ। ਤੇ ਨੈਕਸਟ ਇਨਟੇਕ ਜੋ ਕਿ ਮਈ ਇਨਟੇਕ ਹੈ, ਇਹਦੇ ਵਿੱਚ ਐਪਲੀਕੇਸ਼ਨਸ ਬਹੁਤ ਘੱਟ ਅਸੈਪਟ ਹੁੰਦੀਆਂ ਨੇ, ਬਟ ਜਿੰਨੀਆਂ ਵੀ ਅਸੈਪਟ ਹੋਣਗੀਆਂ ਜੀ ਵੀਜ਼ੇ ਉਹਨਾਂ ਦੇ ਵੀ ਆਣਗੇ। ਅਗਰ ਆਪਾਂ ਗੱਲ ਕਰਦੇ ਹਾਂ ਖੁਸ਼ਬੂ ਯੂਕੇ ਦੀ, ਯੂਕੇ ਅੱਜ ਦੇ ਟਾਈਮ ਦੇ ਵਿੱਚ ਇੱਕ ਇਦਾਂ ਦੀ ਡੈਸਟੀਨੀ ਬਣ ਚੁੱਕੀ ਹੈ ਜਿਹਦੇ ਵਿੱਚ ਅਗਰ ਤੁਸੀਂ ਐਪਲੀਕੇਸ਼ਨ, ਜੇਕਰ ਤੁਹਾਡਾ ਪ੍ਰੋਫਾਈਲ ਐਲੀਜੀਬਲ ਹੈ ਤੇ ਤੁਹਾਡੇ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਨੂੰ ਕੋਰਸ ਮਿਲਦਾ ਹੈਗਾ ਤਾਂ ਤੁਹਾਡਾ ਫੋਰ ਸ਼ੋਰ ਵੀਜ਼ਾ ਆਂਦਾ ਹੈ। ਸਭ ਤੋਂ ਵੱਡੀ ਐਡਵਾਂਟੇਜ ਜਿਹੜੀ ਯੂਕੇ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਹੈਗਾ, ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਜੀ, ਆਪਣੇ ਬੱਚਿਆਂ ਨੂੰ ਲੈ ਕੇ ਜਾ ਸਕਦੇ ਹੋ। ਤੇ ਜਿਹੜਾ ਟੋਟਲ ਡਿਊਰੇਸ਼ਨ ਜੋ ਤੁਹਾਡਾ ਡ੍ਰੀਮ ਹੈ, ਮਤਲਬ ਕਿਸੇ ਵੀ ਕੰਟਰੀ 'ਚ ਉਡਾਰੀ ਮਾਰਨ ਦਾ ਜਿਹੜਾ ਟੋਟਲ ਡਿਊਰੇਸ਼ਨ ਹੈ ਯੂਕੇ ਦਾ, ਵਿਦਿਨ ਆ 65 ਡੇਜ਼ ਜਾਂ ਤੁਸੀਂ 45 ਡੇਜ਼ ਕੰਸੀਡਰ ਕਰ ਸਕਦੇ ਹੋ। ਤੇ ਯੂਕੇ ਦੇ ਵੀਜ਼ੇ ਹੁਣ ਜ਼ਿਆਦਾ ਲੱਗ ਰਹੇ ਨੇ, ਲੋਕ ਪਹਿਲਾਂ ਕੈਨੇਡਾ ਦੇ ਵੱਲ ਭੱਜਦੇ ਸੀ ਤੇ ਹੁਣ ਯੂਕੇ ਦੇ ਵੱਲ ਜ਼ਿਆਦਾ ਜਾ ਰਹੇ ਨੇ। ਤੇ ਅਜਿਹਾ ਖਾਸ ਕੀ ਕਰ ਰਿਹਾ ਯੂਕੇ ਕਿ ਲੋਕ ਹੁਣ ਜ਼ਿਆਦਾ ਯੂਕੇ ਵੱਲ ਜਾ ਰਹੇ ਨੇ? ਖੁਸ਼ਬੂ, ਅਗਰ ਆਪਾਂ ਗੱਲ ਕਰੀਏ ਯੂਕੇ, ਕੈਨੇਡਾ ਜਾਂ ਆਸਟ੍ਰੇਲੀਆ ਜਾਂ USA, ਸਾਰੀ ਕੰਟਰੀਆਂ ਦਾ ਆਪਸ ਦੇ ਵਿੱਚ ਕੋਈ ਕੰਪੈਰੀਜ਼ਨ ਨਹੀਂ ਹੈਗਾ। ਤੁਹਾਨੂੰ ਪਤਾ ਹੈਗਾ ਯੂਕੇ ਇੱਕ ਇੱਦਾਂ ਦੀ ਕੰਟਰੀ ਹੈਗੀ ਹੈ ਜੋ ਡਿਊਰਿੰਗ ਕੋਵਿਡ ਵੀ ਵੀਜ਼ੇ ਦਿੰਦੀ ਰਹੀ ਹੈਗੀ ਤੇ ਉੱਥੇ ਲੋਕਡਾਊਨ ਨਹੀਂ ਹੋਇਆ। ਕੈਨੇਡਾ ਨੇ ਉਲਟਾ ਕੀਤਾ ਹੈਗਾ, ਲੋਕਡਾਊਨ ਦੇ ਵਿੱਚ ਵੀਜ਼ਾ ਬਿਲਕੁਲ ਸ਼ਟ ਕਰਤੇ ਸੀਗੇ, ਉਸ ਤੋਂ ਬਾਅਦ ਓਪਨ ਕੀਤੇ। ਅੱਜ ਦੀ ਅਗਰ ਆਪਾਂ ਗੱਲ ਕਰੀਏ ਜੀ, ਕੈਨੇਡਾ ਦਾ ਜਿਹੜਾ ਮਈ ਇਨਟੇਕ ਹੈ ਇੰਨਾ ਜ਼ਿਆਦਾ ਸਕਸੈਸਫੁਲ ਮੈਂ ਨਹੀਂ ਕਹੂੰਗਾ, ਬਟ ਆਪਾਂ ਉਮੀਦ ਕਰਦੇ ਹਾਂ ਕਿ ਸੈਪਟੰਬਰ ਦੇ ਵਿੱਚ ਚਮਤਕਾਰ ਹੋ ਜੇ। ਇੱਧਰ ਆਸਟ੍ਰੇਲੀਆ ਦੀ ਗੱਲ ਕਰੀਏ ਜੀ, ਵੀਜ਼ਾ ਆਣੇ ਸਟਾਰਟ ਹੋਏ ਬਟ ਸਮਹਾਓ ਚੀਜ਼ਾਂ ਡਗਮਗਾਈਆਂ, ਉਹਨਾਂ ਨੇ ਵੀਜ਼ਾਸ ਫੇਰ ਸ਼ਟ ਕੀਤੇ। ਯੂਕੇ ਦੀ ਅਗਰ ਆਪਾਂ ਗੱਲ ਕਰੀਏ ਜੀ, ਯੂਕੇ ਇੱਕ ਇੱਦਾਂ ਦੀ ਡੈਸਟੀਨੀ ਹੈਗੀ ਹੈ, ਅਗਰ ਤੁਸੀਂ ਐਲੀਜੀਬਲ ਹੈਗੇ ਹੋ ਤੇ ਐਪਲੀਕੇਸ਼ਨ ਲਗਾਓਗੇ ਤੁਹਾਡਾ ਵੀਜ਼ਾ ਫੋਰ ਸ਼ੋਰ ਆਊਗਾ ਹੀ ਆਊਗਾ। ਤੇ ਫੀਸ ਸਟਰਕਚਰ ਦੀ ਗੱਲ ਹੋਵੇ ਯੂਕੇ ਦੇ ਵਿੱਚ, ਤੇ ਕਿਸ ਤਰੀਕੇ ਦੇ ਨਾਲ ਸਟੱਡੀ ਦੇ ਲਈ, ਸਪਾਊਸ ਦੇ ਲਈ ਕਿਸ ਤਰੀਕੇ ਦੇ ਨਾਲ ਕੀ ਫੀਸ ਸਟਰਕਚਰ ਹੈ ਸਾਰਾ? ਯੂਕੇ ਦੇ ਅੰਦਰ ਮੈਮ ਜਿਹੜੇ ਫੀਸ ਸਟਰਕਚਰ ਨੇ ਕਾਫੀ ਫਲੈਕਸੀਬਲ ਨੇ। ਇਟ ਇਜ਼ ਆਲ ਅਬਾਊਟ ਯੂਅਰ ਪਾਕਟ, ਮਤਲਬ ਕਿ ਪਾਕਟ ਫਰੈਂਡਲੀ ਤੁਸੀਂ ਕਹਿ ਸਕਦੇ ਹੈਗੇ ਹੋ। ਹਰ ਇੱਕ ਯੂਨੀਵਰਸਿਟੀ ਨੇ ਆਪਣਾ ਇੱਕ ਇਨਫਰਾਸਟਰਕਚਰ ਤੇ ਇੱਕ ਫਾਈਨੈਂਸ ਸਟਰਕਚਰ ਕੀਤਾ ਹੈਗਾ। ਫੋਰ ਐਗਜ਼ਾਮਪਲ ਇੱਕ ਯੂਨੀਵਰਸਿਟੀ ਦੀ ਗੱਲ ਕਰੀਏ, ਔਨ ਐਵਰੇਜ ਜਿਹੜੀ ਫੀਸ ਹੈ ਜੀ 12,000 ਤੋਂ ਲੈ ਕੇ 16,000 ਪਾਉਂਡ ਹੈ। ਤੁਸੀਂ ਹਾਫ ਫੀਸ ਭਰ ਕੇ ਜਾ ਸਕਦੇ ਹੋ, ਤੁਸੀਂ 3 ਮਹੀਨੇ ਦੀ ਫੀਸ ਭਰ ਕੇ ਜਾ ਸਕਦੇ ਹੋ, ਤੁਸੀਂ ਈਅਰ ਦੀ ਫੀਸ ਵੀ ਭਰ ਕੇ ਜਾ ਸਕਦੇ ਹੋ। ਇਟ ਇਜ਼ ਨਾਟ ਅਬਾਊਟ ਇੰਡੀਆ। ਵਨਸ ਯੂ ਵਿਲ ਰੀਚ ਓਵਰ ਦੇਅਰ, ਜਦੋਂ ਤੁਸੀਂ ਉੱਥੇ ਪਹੁੰਚ ਵੀ ਜਾਓਗੇ ਉੱਥੇ ਵੀ ਇੰਨੇ ਫਲੈਕਸੀਬਲ ਨੇ ਕਿ ਤੁਸੀਂ ਮਹੀਨੇ ਦੀ ਇੰਸਟਾਲਮੈਂਟ ਕਰਵਾ ਸਕਦੇ ਹੋ, 3 ਮਹੀਨੇ ਦੀ ਕਰਵਾ ਸਕਦੇ ਹੋ ਤੇ 6 ਮਹੀਨੇ ਦੀ ਕਰਵਾ ਸਕਦੇ ਹੋ ਜੀ। ਤੇ ਜੇਕਰ ਕੋਈ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦਾ, ਸਕਾਲਰਸ਼ਿਪ ਦਾ ਕੀ ਚਾਂਸ ਹੈ? ਸਕਾਲਰਸ਼ਿਪ ਕਿਵੇਂ ਮਿਲ ਸਕਦੀ? ਸਕਾਲਰਸ਼ਿਪ ਮੈਮ ਇਟ ਇਜ਼ ਆਲ ਅਬਾਊਟ ਯੂਅਰ ਪ੍ਰੋਫਾਈਲ। ਇੰਡੀਆ ਦੀ ਤਰ੍ਹਾਂ ਜੀ, ਜਿੱਦਾਂ ਇੰਡੀਆ ਦੇ ਅੰਦਰ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ, ਤਾਂ ਯੂਕੇ ਵੀ ਸੇਮ ਤੁਹਾਡੇ ਪ੍ਰੋਫਾਈਲ ਨੂੰ ਅਸੈਸ ਕਰਦਾ, ਜਿਹਦੇ ਵਿੱਚ ਤੁਹਾਡੇ ਮੇਨ ਜਿਹੜਾ ਰੋਲ ਹੈਗਾ ਅਕੈਡਮਿਕਸ ਆ ਜਾਂਦੇ ਨੇ ਜੀ। ਅਕੈਡਮਿਕਸ ਦੇ ਵਿੱਚ ਤੁਹਾਡੇ +2 ਦੀ ਸਕੋਰਿੰਗ ਪਲੱਸ ਤੁਹਾਡੀ ਜੋ ਗ੍ਰੈਜੂਏਸ਼ਨ ਹੈ ਉਹਦੀ ਸਕੋਰਿੰਗ ਆ ਜਾਂਦੀ ਹੈ। ਉਹਦੇ ਬਿਹਾਫ ਤੇ ਤੁਹਾਨੂੰ 3,000 ਤੋਂ ਲੈ ਕੇ 5,000 ਦੀ ਜਿਹੜੀ ਸਕਾਲਰ ਹੈ ਯੂਨੀਵਰਸਿਟੀ ਆਫਰ ਕਰਦੀ ਹੈ। ਤੇ ਫੀਸ ਸਟਰਕਚਰ 3 ਟਾਈਪ ਦੇ ਫੀਸ ਸਟਰਕਚਰ ਨੇ, ਕਿਸ ਤਰੀਕੇ ਦੇ ਨਾਲ ਕੀ ਸਟਰਕਚਰ ਹੋ ਸਕਦਾ ਹੈ? ਮੈਮ ਫੀਸ ਸਟਰਕਚਰ ਦੇਖੋ ਮੈਂ ਦੱਸ ਹੀ ਦਿੱਤਾ ਹੈਗਾ ਕਿ ਇਟ ਇਜ਼ ਆਲ ਅਬਾਊਟ ਯੂ। ਤੁਹਾਡੀ ਪਾਕਟ ਜਿੰਨਾ ਕੁ ਤੁਹਾਨੂੰ ਅਲਾਓ ਕਰਦੀ ਹੈ ਉਹ ਤੁਸੀਂ ਭਰ ਸਕਦੇ ਹੋ। ਉਹਦੇ ਹਿਸਾਬ ਨਾਲ ਤੁਸੀਂ ਆਪਣੇ ਫਾਈਨੈਂਸ਼ੀਅਲ ਮੈਨੇਜ ਕਰ ਲਓ ਜੀ। ਜਿੱਦਾਂ ਤੁਸੀਂ ਫਾਈਨੈਂਸ਼ੀਅਲ ਮੈਨੇਜ ਕਰੋਗੇ ਯੂਨੀਵਰਸਿਟੀ ਉੱਦਾਂ ਤੁਹਾਡੇ ਨਾਲ ਐਗਰੀ ਕਰ ਜਾਂਦੀ ਹੈ। ਤੇ ਯੂਕੇ ਦੇ ਵਿੱਚ ਹੁਣ ਸਟੱਡੀ ਵੀਜ਼ੇ ਵੀ ਕਾਫੀ ਲੱਗ ਰਹੇ ਨੇ, ਤੁਸੀਂ ਸਟੱਡੀ ਐਕਸਪਰਟ ਹੋ ਤੇ ਇੱਕ ਕਸਟਮਰ ਦੀ ਤਰ੍ਹਾਂ ਮੈਂ ਹੀ ਜੇ ਤੁਹਾਡੇ ਤੋਂ ਆਪਣੀ ਫਾਈਲ ਲਗਵਾਉਣੀ ਆ ਤੇ ਗੈਪ ਹੈ
ਤੇ ਕੀ ਮਤਲਬ ਜੇਕਰ ਗੈਪ ਹੋਵੇ ਜਾਂ ਕੈਨੇਡਾ ਤੋਂ ਰਿਫਿਊਜ਼ਲ ਲੱਗੀ ਹੋਵੇ ਤਾਂ ਕੀ ਪ੍ਰੋਫਾਈਲ ਕਿਸ ਤਰੀਕੇ ਦੇ ਨਾਲ ਅੱਗੇ ਜਾ ਸਕਦੀ ਹੈ ਯੂਕੇ ਦੇ ਲਈ? ਵੀਜ਼ਾ ਫੋਰ ਸ਼ੋਰ ਆ ਸਕਦਾ ਗੈਪ ਦਾ? ਮੈਮ ਦੇਖੋ, ਅਗਰ ਆਪਾਂ ਗੈਪ ਦੀ ਗੱਲ ਕਰੀਏ, ਗੈਪ ਨੂੰ ਅਗਰ ਆਪਾਂ ਕੰਸੀਡਰ ਕਰਦੇ ਹਾਂ, ਫੋਰ ਐਗਜ਼ਾਮਪਲ ਤੁਸੀਂ ਆਪਣੇ ਬਾਰੇ ਹੀ ਪੁੱਛ ਲਿਆ ਕਿ ਤੁਹਾਡੇ ਬਾਰੇ, ਅਗਰ ਮੈਂ ਤੁਹਾਡੇ ਬਾਰੇ ਗੱਲ ਕਰਾਂ ਮੈਮ, ਫੋਰ ਐਗਜ਼ਾਮਪਲ ਤੁਸੀਂ 2016 ਪਾਸ ਆਊਟ ਹੈਗੇ ਹੋ ਤੇ ਹੁਣ 22 ਚੱਲਦਾ ਪਿਆ, ਆਲਮੋਸਟ 6 ਸਾਲ ਦੀ ਆਪਾਂ ਗੱਲ ਕਰਦੇ ਹਾਂ। ਬਟ 6 ਸਾਲ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਕੁਛ ਨਾ ਕੁਛ ਤਾਂ ਕੀਤਾ ਹੋਊਗਾ, ਕੋਈ ਨਾ ਕੋਈ ਗਵਰਨਮੈਂਟ ਐਗਜ਼ਾਮ ਦਿੱਤਾ ਹੋਊਗਾ, ਆਇਲਸ ਕੀਤਾ ਹੋਊਗਾ, ਜਾਂ ਘਰਦਿਆਂ ਨੂੰ ਹੀ ਸਪੋਰਟ ਕੀਤਾ ਹੋਊਗਾ, ਘਰਦਿਆਂ ਦੇ ਨਾਲ ਹੀ ਕੋਈ ਕੰਮ ਕਰਾਇਆ ਹੋਊਗਾ। ਜੋ ਵੀ ਤੁਸੀਂ ਕੀਤਾ ਹੈ, ਤੁਸੀਂ ਐਕਚੁਅਲ ਦੇ ਵਿੱਚ ਕਿਸੇ ਵੀ ਗਵਰਨਮੈਂਟ ਦੀ ਗੱਲ ਕਰੀਏ, ਆਸਟ੍ਰੇਲੀਆ, ਕੈਨੇਡਾ ਜਾਂ ਯੂਕੇ ਦੀ, ਤੁਸੀਂ ਐਕਚੁਅਲ ਦੇ ਵਿੱਚ ਆਪਣੇ SOP ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੱਸੋ ਤੇ ਉਹਨਾਂ ਦਾ ਐਵੀਡੈਂਸ ਹੈ ਜਾਂ ਨਹੀਂ, ਦੈਟ ਇਜ਼ ਅ ਸੈਕਿੰਡ ਪਾਰਟ। ਤਾਂ ਵੀਜ਼ਾ ਤੁਹਾਡਾ ਆਊਗਾ ਜੀ, ਬਿਲਕੁਲ ਆਪਾਂ ਜਿਹੜਾ ਗੈਪ ਹੈਗਾ ਉਹ ਜਸਟੀਫਾਈ ਕਰਾਂਗੇ ਵਿਦ ਯੋਰ ਰਿਕਾਰਡਸ। ਸੋ ਇੱਕ ਫੋਨ ਕਾਲ ਅਸੀਂ ਲੈ ਲੈਂਦੇ ਆ। ਜੀ ਜੀ ਜੀ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਦੀਆ ਗੱਲ ਕਰ ਰਹੀ ਹਾਂ ਮੈਮ। ਜੀ, ਕਿਸ ਸ਼ਹਿਰ ਤੋਂ ਗੱਲ ਕਰ ਰਹੇ ਹੋ ਤੁਸੀਂ? ਮੈਮ ਮੋਗੇ ਤੋਂ ਗੱਲ ਕਰ ਰਹੀ ਹਾਂ। ਜੀ, ਤੇ ਕੀ ਸਵਾਲ ਹੈ ਤੁਹਾਡਾ? ਯੂਕੇ ਜਾਣਾ ਚਾਹੁੰਦੇ ਹੋ? ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਤੁਸੀਂ? ਮੈਮ ਮੈਂ ਯੂਕੇ ਜਾਣਾ ਚਾਹੁੰਦੀ ਹਾਂ। ਮੈਂ ਗ੍ਰੈਜੂਏਟ ਹੈਗੀ ਆ ਔਰ ਮੇਰੇ ਜਿਹੜੇ ਪਰਸੈਂਟੇਜ ਹੈਗੀ ਆ ਉਹ 50% ਆ ਜੀ। ਔਰ ਮੈਂ ਵਿਦਆਊਟ ਆਇਲਸ ਪਾਸ ਕਰ ਰਹੀ ਹਾਂ। ਜੀ ਜੀ, ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਮੈਮ ਤੁਸੀਂ? ਹਾਂਜੀ ਹਾਂਜੀ ਗ੍ਰੈਜੂਏਟ ਕਿਸ ਈਅਰ ਦੇ ਵਿੱਚੋਂ ਮੈਮ ਤੁਸੀਂ? ਸਰ ਗ੍ਰੈਜੂਏਟ ਮੇਰੀ 2019 ਦੇ ਵਿੱਚ ਆ। ਤੇ +2 ਕਦੋਂ ਹੈ ਬੱਚੇ ਤੁਹਾਡੀ? ਸਰ ਮੇਰੀ +2 ਹੈਗੀ ਹੈ ਜੀ 2017 ਦੇ ਵਿੱਚ। ਓਕੇ, ਤੇ ਕਿਹੜੇ ਬੋਰਡ ਤੋਂ ਕੀਤੀ ਹੈ ਜੀ ਤੁਸੀਂ? ਸਰ ਮੈਂ ਪੰਜਾਬ ਬੋਰਡ ਤੋਂ ਕੀਤੀ ਹੈ। ਤੇ ਸਕੋਰ ਕੀ ਹੈ ਜੀ, ਪਰਸੈਂਟੇਜ ਕੀ ਹੈ ਤੁਹਾਡੀ? ਸਰ ਗ੍ਰੈਜੂਏਟ ਚ 50% ਆ। ਤੇ +2 ਦੇ ਵਿੱਚ ਕੀ ਹੈ ਜੀ? +2 ਚ ਸਰ 80% ਹੈਗੀ ਆ। 80% ਹੈਗੀ ਹੈ। ਤੇ ਇੰਗਲਿਸ਼ ਦੇ ਵਿੱਚ ਕੀ ਹੈ, ਪਾਰਟਿਕੂਲਰ ਇੰਗਲਿਸ਼ ਦੇ ਵਿੱਚ ਕੀ ਸਕੋਰ ਹੈ ਜੀ ਤੁਹਾਡਾ? ਸਰ ਇੰਗਲਿਸ਼ ਵਿੱਚ ਮੇਰੇ 60% ਆ। ਕਿੰਨੇ ਹੈ ਜੀ? 60%। 60%। ਬਿਲਕੁਲ ਮੈਮ, ਮੈਂ ਤੁਹਾਨੂੰ ਇੱਥੇ ਜਿੱਦਾਂ ਤੁਸੀਂ ਆਪਣਾ ਪ੍ਰੋਫਾਈਲ ਦੱਸਿਆ ਹੈਗਾ, ਅਕੋਰਡਿੰਗ ਟੂ ਯਰ ਪ੍ਰੋਫਾਈਲ ਦੱਸ ਦਿੰਦਾ ਜੀ। ਨਾਰਮਲੀ ਅਗਰ ਆਪਣਾ ਪੰਜਾਬ ਬੋਰਡ ਤੋਂ ਹੈਗੀ ਹੈ ਤੇ ਇੰਗਲਿਸ਼ ਦੇ ਵਿੱਚ ਸਪੈਸ਼ਲੀ 60% ਨੇ, ਤਾਂ ਤੁਹਾਨੂੰ ਕੋਈ ਨਾ ਕੋਈ ਲੈਂਗੁਏਜ ਦਾ ਟੈਸਟ ਦੇਣਾ ਪਊਗਾ। ਤੁਸੀਂ ਆਇਲਸ ਕਰ ਲਓ ਮੈਮ, PT ਕਰ ਲਓ, ਜਾਂ ਤੁਸੀਂ ਡਲਿੰਗੋ ਦਾ ਟੈਸਟ ਦੇ ਦਿਓ, ਜਿਹਦੇ ਵਿੱਚ ਕੀ ਘੱਟੋ ਘੱਟ 90 ਤੇ ਓਵਰਆਲ 120 ਹੋਣੇ ਚਾਹੀਦੇ ਆ। ਵੀਜ਼ਾ ਆ ਜਾਊਗਾ ਮੈਮ, ਬਟ ਤੁਸੀਂ ਵਿਦ ਲੈਂਗੁਏਜ ਅਪਲਾਈ ਕਰੋ ਆਪਣਾ, ਕਿਉਂਕਿ +2 ਦੇ ਵਿੱਚ ਜਿਹੜੇ ਨੇ ਆਪਣੇ 60 ਨੇ, ਮੈਨੂੰ ਜਿਹੜੇ ਚਾਹੀਦੇ ਨੇ ਜੀ ਉਹ ਘੱਟੋ ਘੱਟ 75 ਤੋਂ 80% ਹੋਣ, ਜੇ ਤੁਸੀਂ ਪਾਰਟਿਕੂਲਰ ਸਟੇਟ ਬੋਰਡ ਤੋਂ ਹੈਗੇ ਹੋ ਜੀ। ਔਰ ਸਰ ਮੇਰਾ ਸਪਾਊਸ ਕੰਪਨੀ ਕਰ ਸਕਦੇ ਹੈ ਜੀ? ਬਿਲਕੁਲ ਜੀ ਮੈਮ, ਤੁਸੀਂ ਆਇਲਸ ਕਰ ਲਓ, PT ਕਰ ਲਓ, ਡਲਿੰਗੋ ਕਰ ਲਓ, ਆਪਾਂ ਤੁਹਾਨੂੰ ਤੇ ਤੁਹਾਡੇ ਸਪਾਊਸ ਦੋਨਾਂ ਨੂੰ ਭੇਜ ਦਾਂਗੇ। ਜੀ ਠੀਕ ਹੈ। ਔਰ ਸਰ ਫੰਡਸ ਦੀ ਰਿਕੁਆਇਰਮੈਂਟ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ? ਜੇ ਮੈਂ ਸਪਾਊਸ ਨਾਲ ਅਪਲਾਈ ਕਰਦੀ ਹਾਂ ਤੇ? ਜੀ ਮੈਮ, ਯੂਕੇ ਦੇ ਅੰਦਰ ਇੰਨੀ ਲੰਬੀ ਚੌੜੀ ਫੰਡਾਂ ਦੀ ਕੋਈ ਕੈਲਕੂਲੇਸ਼ਨ ਨਹੀਂ ਹੈਗੀ ਹੈ ਜੀ। ਤੁਸੀਂ 28 ਦਿਨ ਪੁਰਾਣੇ ਫੰਡ ਦਿਖਾ ਦਿਓ ਤੇ ਓਵਰਆਲ ਪੂਰੇ ਪ੍ਰੋਸੈਸ ਨੂੰ ਆਪਣੇ 45 ਦਿਨ ਲੱਗਣਗੇ। ਠੀਕ ਹੈ ਜੀ। ਸਰ ਇਹ ਕੰਪਲਸਰੀ ਹੈ ਕਿ ਫੰਡ ਮੇਰੇ ਹੀ ਨਾਮ ਤੇ ਹੋਣੇ ਚਾਹੀਦੇ ਨੇ? ਕਿਉਂਕਿ ਮੈਂ ਇੱਕ ਏਜੰਟ ਤੋਂ ਕੰਸਲਟ ਕੀਤਾ ਸੀਗਾ, ਉਹਨਾਂ ਨੇ ਮੈਨੂੰ ਇਹ ਸੁਜੈਸਟ ਕੀਤਾ ਕਿ ਫੰਡ ਜਿਹੜੇ ਆ ਉਹ ਮੇਰੇ ਨਾਮ ਤੇ ਹੀ ਮੈਨੂੰ ਹੁਣੇ ਖਾਤੇ ਵਿੱਚ ਪਵਾ ਕੇ ਰੱਖ ਲੈਣੇ ਚਾਹੀਦੇ ਆ। ਬਿਲਕੁਲ ਮੈਮ, ਜਿੱਦਾਂ ਤੁਸੀਂ ਫੰਡਸ ਦੀ ਗੱਲ ਕਰ ਰਹੇ ਹੋ ਜੀ, ਫੰਡਸ ਲਈ ਜਿਹੜੀ ਕੈਲਕੂਲੇਸ਼ਨ ਨੇ ਉਹ ਹਰ ਬੰਦੇ ਲਈ ਡਿਫਰੈਂਟ ਹੈਗੀਆਂ ਨੇ, ਕਿਉਂਕਿ ਫੰਡਸ ਅਗਰ ਤੁਸੀਂ ਆਪਣੇ ਅਕਾਊਂਟ 'ਚ ਦਿਖਾਉਂਦੇ ਹੋ ਤਾਂ ਵੈਲ ਐਂਡ ਗੁੱਡ ਹੈ ਜੀ। ਇੱਦਾਂ ਨਹੀਂ ਹੈਗਾ ਕਿ ਤੁਹਾਡੇ ਹੀ ਅਕਾਊਂਟ 'ਚ ਚਾਹੀਦੇ ਨੇ, ਤੁਹਾਡੇ ਸਪਾਊਸ ਦੇ ਅਕਾਊਂਟ 'ਚ ਵੀ ਹੋ ਸਕਦੇ ਨੇ, ਤੁਹਾਡੇ ਫਾਦਰ ਦੇ ਅਕਾਊਂਟ 'ਚ ਵੀ ਹੋ ਸਕਦੇ ਆ, ਤੁਹਾਡੇ ਮਦਰ ਦੇ ਅਕਾਊਂਟ 'ਚ ਵੀ ਹੋ ਸਕਦੇ ਆ। ਬਟ ਉਹਦੇ ਲਈ ਕੁਝ ਐਡੀਸ਼ਨਲ ਡਾਕੂਮੈਂਟੇਸ਼ਨ ਹੈਗੀ ਹੈ ਜੀ, ਜੋ ਕਾਫੀ ਲੰਬੀ ਚੌੜੀ ਚਰਚਾ ਹੈਗੀ ਹੈ। ਤੁਸੀਂ ਜਦੋਂ ਵੀ ਮੈਮ ਸਾਡੇ ਆਫਿਸ ਵਿਜ਼ਿਟ ਕਰੋਗੇ, ਆਪਾਂ ਤੁਹਾਨੂੰ ਦੋਨੋਂ ਸਿਨੈਰੀਓ ਜਿਹੜੇ ਹੈਗੇ ਬਾਈਫਰਕੇਟ ਕਰ ਦਾਂਗੇ। ਕੋਈ ਇਦਾਂ ਦੀ ਤੁਕ ਮਤਲਬ ਕਿ ਕੋਈ ਮਿੱਥ ਨਹੀਂ ਹੈਗੀ ਕਿ ਤੁਹਾਡੇ ਹੀ ਅਕਾਊਂਟ 'ਚ ਹੋਣ। ਜੀ ਓਕੇ ਸਰ, ਥੈਂਕ ਯੂ ਸੋ ਮਚ ਸਰ। ਯੂ ਵੈਲਕਮ ਮੈਮ। ਜੀ, ਸੋ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਕੁਐਰੀਜ਼ ਆ ਰਹੀਆਂ ਨੇ, +2 ਤੋਂ ਬਾਅਦ ਗੈਪ ਹੈ ਤੇ ਸਪਾਊਸ ਵੀਜ਼ਾ ਲਗਵਾਉਣਾ ਚਾਹੁੰਦੇ ਹੋ, ਹੀ ਸਾਡਾ ਸਵਾਲ ਕਿ +2 ਤੋਂ ਬਾਅਦ ਐਕਸੈਪਟੇਬਲ ਹੈ? ਮੈਮ ਦੇਖੋ, ਨਾਰਮਲੀ ਅਗਰ ਤੁਸੀਂ ਮੇਰੇ ਨਾਲ ਗੱਲ ਕਰਦੇ ਹੈਗੇ ਹੋ ਅਪਲਾਈ ਕਰਨਾ, ਅਪਲਾਈ ਕੋਈ ਵੀ ਕਰ ਸਕਦਾ। ਜੇਕਰ ਗੱਲ ਕਰਦੇ ਹੋ ਵੀਜ਼ਾ ਲਈ ਮੈਂ ਹਾਮੀ ਨਹੀਂ ਭਰੂੰਗਾ। ਜੀ।
ਸੋ ਜਿਸ ਤਰੀਕੇ ਦੇ ਨਾਲ ਲੈਂਗੁਏਜ ਦੀ ਗੱਲ ਕੀਤੀ ਜਾਵੇ ਤਾਂ ਕਿਹੜੀ ਲੈਂਗੁਏਜ ਯੂਕੇ ਦੇ ਵਿੱਚ ਜ਼ਿਆਦਾ ਪ੍ਰੈਫਰੇਬਲ ਹੋ ਸਕਦੀ ਹੈ? ਮੈਮ ਯੂਕੇ ਨਾਰਮਲੀ ਅਗਰ ਆਪਾਂ ਗੱਲ ਕਰੀਏ ਯੂਕੇ ਦੇ ਵਿੱਚ ਤੁਸੀਂ ਇਹ ਕਹਿ ਕੇ ਚੱਲੋ ਜੀ ਸਾਰੀ ਦੀ ਸਾਰੀ ਲੈਂਗੁਏਜ ਮਤਲਬ ਕਿ ਜਿੰਨੇ ਵੀ ਫਾਰਮੈਟਸ ਨੇ ਲੈਂਗੁਏਜ ਦੇ ਸਾਰੇ ਅਸੈਪਟੇਬਲ ਨੇ। ਆਲਦੋ ਤੁਹਾਨੂੰ ਹੈਰਾਨੀ ਹੋਊਗੀ ਕਿ ਜਿਹੜਾ ਡਲਿੰਗੋ ਹੈ ਆਲਮੋਸਟ ਕੰਟਰੀਆਂ ਨੇ ਨਾ ਕਰਤੀ ਹੈ ਕਿ ਅਸੀਂ ਡਲਿੰਗੋ ਨਹੀਂ ਲਵਾਂਗੇ, ਬਟ ਯੂਕੇ ਦੇ ਅੰਦਰ ਜੇਕਰ ਤੁਸੀਂ ਡਲਿੰਗੋ ਕੀਤਾ ਹੈ ਜੀ ਤੁਹਾਡਾ ਸਕੋਰ 120 ਹੈ, ਨਾਟ ਲੈਸ ਦੈਨ 90 ਹੈ, ਤੁਸੀਂ ਯੂਕੇ ਲਈ ਅਪਲਾਈ ਕਰ ਸਕਦੇ ਹੋ। ਪੀਟੀ ਅਸੈਪਟੇਬਲ ਹੈ ਜੀ, ਟਫਲ ਅਸੈਪਟੇਬਲ ਹੈ ਤੇ ਆਇਲਸ ਤਾਂ ਸਾਰੇ ਪਾਸੇ ਚੱਲਦੀ ਹੀ ਚੱਲਦੀ ਹੈ। ਮਤਲਬ ਕਿ ਆਲਮੋਸਟ ਜੋ ਵੀ ਤੁਸੀਂ ਕੀਤਾ ਹੈਗਾ ਜੋ ਸਾਡੇ ਪੰਜਾਬ ਦੇ ਅੰਦਰ, ਕਿਉਂਕਿ ਆਪਾਂ ਨਾਰਥ ਵਿੱਚ ਬੈਠੇ ਹਾਂ, ਨਾਰਥ ਦੀ ਗੱਲ ਕਰਦੇ ਪਏ ਹਾਂ, ਨਾਰਥ ਦੇ ਵਿੱਚ ਜਿੰਨੇ ਵੀ ਬੱਚੇ ਨੇ ਜਿਹੜੇ ਵੀ ਲੈਂਗੁਏਜ ਟੈਸਟ ਦਿੰਦੇ ਨੇ ਉਹ ਸਾਰੇ ਦੇ ਸਾਰੇ ਐਪਲੀਕੇਬਲ ਨੇ ਯੂਕੇ 'ਚ। ਮਤਲਬ ਯੂਕੇ ਇਸ ਸਮੇਂ ਕਾਫੀ ਲੀਨੀਅੰਟ ਚੱਲ ਰਿਹਾ। ਪਹਿਲਾਂ ਹੁੰਦਾ ਸੀ ਕਿ ਯੂਕੇ ਦੇ ਵੀਜ਼ੇ ਜਲਦੀ ਨਹੀਂ ਲੱਗਦੇ ਸੀ, ਪੀਆਰ ਨੂੰ ਲੈ ਕੇ ਹੱਲੇ ਵੀ ਕਲੈਸ਼ ਨੇ ਕਿ ਪੀਆਰ ਛੇਤੀ ਨਹੀਂ ਹੁੰਦੀ ਯੂਕੇ ਦੇ ਵਿੱਚ, ਪਰ ਇਸ ਸਮੇਂ ਯੂਕੇ ਸਭ ਤੋਂ ਲੀਨੀਅੰਟ ਚੱਲ ਰਿਹਾ। ਮੈਂ ਲੀਨੀਅੰਟ ਨਹੀਂ ਕਹੂੰਗੇ, ਯੂਕੇ ਬੇਸਿਕਲੀ ਇੱਕ ਇੱਦਾਂ ਦੀ ਕੰਟਰੀ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਡਰਾ ਸਿਸਟਮ ਨਹੀਂ ਹੈਗਾ ਕਿ ਫਾਈਲ ਲਾਓ, ਫਾਈਲ ਲਾਉਣ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਕਿ ਵੀਜ਼ਾ ਆਊਗਾ ਜਾਂ ਨਹੀਂ ਆਊਗਾ। ਯੂਕੇ ਨੇ ਆਪਣਾ ਇੱਕ ਪ੍ਰੋਟੋਕਾਲ ਜਾਂ ਇੱਕ ਤੁਸੀਂ ਫਰੇਮ ਕਹਿ ਲਓ ਜੀ, ਫਰੇਮ ਰੱਖਿਆ ਹੈਗਾ। ਉਸ ਫਰੇਮ ਦੇ ਅੰਦਰ ਤੁਸੀਂ ਫਿੱਟ ਹੁੰਦੇ ਹੋ। ਨਾਰਮਲੀ ਅਗਰ ਮੋਟੀ ਜੀ ਮੁੱਕ ਦੀ ਗੱਲ ਕਰੀਏ 40 ਪੁਆਇੰਟ ਇਹ ਲੈਂਦੇ ਆ ਜੀ, ਜਿਹਦੇ ਵਿੱਚੋਂ 30 ਪੁਆਇੰਟ ਇਹ ਕਾਸ ਲੈਟਰ ਦੇ ਦਿੰਦੇ ਆ ਤੇ 10 ਪੁਆਇੰਟ ਜਿਹੜੇ ਨੇ ਜੀ ਇਹ ਤੁਹਾਨੂੰ ਦਿੰਦੇ ਆ ਤੁਹਾਡੇ ਫੰਡਸ ਦੇ। ਹੁਣ ਕਲਾਇੰਟ ਸਮਝਦਾਰ ਹੈ, ਮੇਰੀ ਗੱਲਾਂ ਤੋਂ ਤੁਹਾਨੂੰ ਵੀ ਅੰਦਾਜ਼ਾ ਹੋ ਹੀ ਗਿਆ ਹੋਊਗਾ। ਕੈਸ਼ ਤੁਹਾਨੂੰ ਕੌਣ ਲੈ ਕੇ ਦਊਗਾ ਜੀ? ਕੰਸਲਟੈਂਟ ਲਿਆ ਦਊਗਾ। ਫੰਡ ਕੌਣ ਕਰੂਗਾ? ਉਹ ਤੁਸੀਂ ਆਪ ਕਰੋਗੇ। ਜੇ ਤੁਹਾਡੇ ਕੋਲੇ ਦੋਨੋਂ ਚੀਜ਼ਾਂ ਹੈਗੀਆਂ ਨੇ ਇਟ ਮੀਨ ਕਿ ਤੁਹਾਡਾ ਵੀਜ਼ਾ ਆਊਗਾ। ਬਟ ਹੋਰ ਕੰਟਰੀਆਂ ਦੇ ਵਿੱਚ ਕੀ ਹੁੰਦਾ ਹੈਗਾ ਕਿ ਪਹਿਲਾਂ ਫਾਈਲ ਬਣਾਓ, ਉਸ ਤੋਂ ਬਾਅਦ ਫਾਈਲ ਨੂੰ ਲਗਾਉਣ ਤੋਂ ਬਾਅਦ ਉੱਥੋਂ ਪਤਾ ਲੱਗਦਾ ਕਿ ਤੁਹਾਡਾ ਵੀਜ਼ਾ ਆਊਗਾ ਜਾਂ ਨਹੀਂ ਆਊਗਾ। ਲੀਨੀਅੰਟ ਨਹੀਂ ਕਹੂੰਗਾ, ਪ੍ਰੋਸੈਸ ਬਹੁਤ ਵਧੀਆ। ਬਿਲਕੁਲ। ਸੋ ਇੱਕ ਹੋਰ ਕਾਲ ਆ ਰਹੀ ਹੈ, ਅਸੀਂ ਉਹ ਵੀ ਕਾਲ ਅਟੈਂਡ ਕਰ ਲੈਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਕਿਹੜੇ ਸ਼ਹਿਰ ਤੋਂ ਗੱਲ ਕਰ ਰਹੇ ਹੋ ਤੇ ਕੀ ਸਵਾਲ ਹੈ? ਮੈਮ ਮੇਰਾ ਨਾਮ ਹਰਮਨ ਸਿੰਘ ਹੈ ਜੀ, ਸੰਗਰੂਰ ਤੋਂ ਗੱਲ ਕਰ ਰਿਹਾ। ਮੈਮ ਮੇਰਾ ਸਵਾਲ ਇਹ ਹੈ, ਮੈਂ ਨਾ ਯੂਐਸਏ ਦੀ ਅਪਲਾਈ ਕੀਤਾ ਸੀ ਕੇਸ ਸਟੱਡੀ ਵੀਜ਼ਾ ਜੀ, ਤੇ ਹੁਣ ਕੀ ਪੁੱਛਣਾ ਚਾਹੁੰਦੇ ਹੋ, ਕੀ ਸਵਾਲ ਹੈ? ਐਕਚੁਅਲੀ ਮੈਮ ਮੈਂ ਬਾਈ ਇਨਟੇਕ ਦੀ ਅਪਲਾਈ ਕੀਤਾ ਸੀ, ਕੱਲ ਮੇਰੇ ਰਿਫਿਊਜ਼ਲ ਆਈ ਹੈ ਜੀ। ਮੈਂ ਦੁਬਾਰਾ ਅਪਲਾਈ ਕਰਨਾਗਾ ਕਿ ਇੰਟਰਵਿਊ ਦੁਬਾਰਾ ਦਿੱਤਾ ਜਾਵੇ, ਅਪਲਾਈ ਕਰਾਂਗੇ ਹਰਮਨ ਮੈਨੂੰ ਯੂਨੀਵਰਸਿਟੀ ਕਾਲਜ। ਜੀ ਹਰਮਨ ਮੈਨੂੰ ਇੱਕ ਗੱਲ ਦੱਸੋ, ਤੁਹਾਡਾ ਪ੍ਰੋਫਾਈਲ ਕੀ ਹੈ ਜੋ ਤੁਸੀਂ ਮਈ ਇਨਟੇਕ ਲਈ ਅਪਲਾਈ ਕੀਤਾ ਸੀਗਾ? सर मैंने +2 की है जी, और +2 में स्कोर क्या बच्चे आपका? नॉन मेडिकल आइल्स किया आपने? आइल्स की है सर, एक मॉड्यूल में 5.5 है, बाकी में 6 है। ओके, अच्छा प्रोफाइल है। अगर सर आइल्स किया यूएसए ਤਾਂ ਬੇਸਿਕਲੀ ਇਦਾਂ ਦੀ ਕੰਟਰੀ ਹੈ ਜਿਹੜੀ ਤੁਹਾਨੂੰ ਵਿਦਆਊਟ ਆਇਲਸ ਵੀਜ਼ਾ ਦਿੰਦੀ ਹੈ। ਸਰ ਜੇਕਰ ਰਿਫਿਊਜ਼ਲ ਹੋ ਚੁੱਕਿਆ ਹੈਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ। ਮੈਨੂੰ ਇਹ ਦੱਸੋ ਤੁਹਾਡੀ ਯੂਨੀਵਰਸਿਟੀ ਕਿਹੜੀ ਹੈ ਜੀ? ਸਟੇਟ ਯੂਨੀਵਰਸਿਟੀ ਹੈ ਜਾਂ ਕਿਹੜੀ ਯੂਨੀਵਰਸਿਟੀ ਹੈ? सर यूनिवर्सिटी मेरे याद नहीं थी, लंदन दी यूनिवर्सिटी थी, सॉरी लंदन दी नहीं थी, याद नहीं सर यूनिवर्सिटी में। पंजाब तो केड़ी यूनिवर्सिटी तो ਤੁਸੀਂ ਪੜ੍ਹਾਈ ਕੀਤੀ? मैं यूएसए। ठीक है हरमन, देखो हरमन दिस इज कॉल्ड लैक ऑफ दी आई वुड से कम्युनिकेशन है ना। ਤੁਸੀਂ ਲੰਡਨ ਦੀ ਗੱਲ ਕਰ ਰਹੇ ਹੈਗੇ ਹੋ, ਫਾਈਲ ਆਪਾਂ ਯੂਐਸਏ ਲਈ ਅਪਲਾਈ ਕੀਤੀ ਹੈ, ਯੂਨੀਵਰਸਿਟੀ ਆਪਾਂ ਨੂੰ ਪਤਾ ਨਹੀਂ ਹੈਗੀ ਕਿਉਂਕਿ ਯੂਐਸਏ ਦਾ ਸਰ ਬਣਿਆ ਹੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਪਣਾ ਪ੍ਰੋਫਾਈਲ ਆਪ ਪਤਾ ਹੋਵੇ ਤੇ ਜਿਹੜਾ ਬੰਦਾ ਆਪਣੇ ਬਾਰੇ ਆਪ ਦੱਸ ਸਕੇ। ਕੰਸਲਟੈਂਟ ਕੀ ਕਰੂਗਾ ਜੀ? ਤੁਹਾਨੂੰ ਫਾਈਲ ਸੋਹਣੀ ਸਾਫ਼ ਸੁਥਰੀ ਬਣਾ ਕੇ ਤੋਰ ਦੂਗਾ, ਬਟ ਐਮਬੈਸੀ ਦੇ ਅੰਦਰ ਤੁਸੀਂ ਆਪਣੇ ਬਾਰੇ ਆਪ ਹੀ ਦੱਸਣਾ ਹੈਗਾ, ਰਾਈਟ? ਤੇ ਕੋਈ ਗੱਲ ਨਹੀਂ ਹਰਮਨ ਜੀ, ਪ੍ਰੋਫਾਈਲ ਤਾਂ ਤੁਹਾਡਾ ਠੀਕ ਹੈ, ਤੁਹਾਨੂੰ ਥੋੜੀ ਜਿਹੀ ਤਿਆਰੀ ਦੀ ਲੋੜ ਹੈ। ਸਰ ਪਹਿਲਾਂ ਤਾਂ ਮੈਂ ਤੁਹਾਨੂੰ 2 ਇਨਸਟਰਕਸ਼ਨ ਦੇਣਾ ਚਾਹੁੰਦਾ ਯੂਐਸਏ ਬਾਰੇ। ਆਪਣੀ ਯੂਨੀਵਰਸਿਟੀ ਤੇ ਆਪਣੇ ਬਾਰੇ ਚੰਗੀ ਤਰ੍ਹਾਂ ਸਰ ਪੜ੍ਹ ਲਓ ਤੇ ਉਸ ਤੋਂ ਬਾਅਦ ਇੱਕ ਵਾਰ ਦੁਬਾਰਾ ਇੰਟਰਵਿਊ ਦਿਓ, ਵੀਜ਼ਾ ਆ ਜਾਊਗਾ ਤੁਹਾਡਾ। ਠੀਕ ਹੈ ਜੀ। ਸੋ ਕਈ ਵਾਰ ਏਜੰਟ ਬੱਚੇ ਨੂੰ ਇੰਨਾ ਕੁ ਘੁਮਾ ਦਿੰਦੇ ਨੇ ਕਿ ਦਿਮਾਗ ਦੇ ਵਿੱਚ ਕੁਝ ਗੱਲਾਂ ਅਜਿਹੀਆਂ ਨਹੀਂ ਆਉਂਦੀਆਂ ਜਿਵੇਂ ਹੁਣ ਵਾਲੀ ਫੋਨ ਕਾਲ ਤੇ ਹੋਇਆ। ਬੱਚਾ ਜਾਣਾ ਅਮਰੀਕਾ ਜਾਂਦਾ ਹੈ ਪਰ ਯੂਐਸ ਦੀ ਜੋ ਲੰਡਨ ਦੀਆਂ ਗੱਲਾਂ ਉਸਦੇ ਦਿਮਾਗ 'ਚ ਨਹੀਂ, ਯੂਨੀਵਰਸਿਟੀ ਲੰਡਨ ਦੀ ਹੈ। ਕਈ ਵਾਰ ਅਜਿਹੇ ਕੇਸ ਤੁਹਾਡੇ ਕੋਲ ਵੀ ਆਉਂਦੇ ਹੋਣਗੇ? ਬਿਲਕੁਲ ਮੈਮ, ਇਹਦੇ ਵਿੱਚ ਏਜੰਟ ਦਾ ਵੀ ਕੋਈ ਕਸੂਰ ਨਹੀਂ ਹੈ ਜੀ, ਬੱਚੇ ਦਾ ਵੀ ਕੋਈ ਕਸੂਰ ਨਹੀਂ ਹੈ। ਬੇਸਿਕਲੀ ਬੱਚਿਆਂ ਨੂੰ ਕੀ ਲੱਗਦਾ ਹੈਗਾ ਕਿ
USA ਕਿਉਂਕਿ ਜੀ ਮੇਰੇ ਆਇਲਸ ਦੇ ਵਿੱਚ 5 ਬੈਂਡ ਹੈ ਜਾਂ ਮੇਰੇ 6 ਬੈਂਡ ਹੈ, ਮੈਨੂੰ ਤਾਂ ਬੋਲਣਾ ਆਂਦਾ ਹੈਗਾ। ਜੀ। ਬੇਸਿਕਲੀ ਇਹ ਤਿਆਰੀ ਹੀ ਨਹੀਂ ਕਰਕੇ ਜਾਂਦੇ, ਆਪਣਾ ਹੋਮਵਰਕ ਹੀ ਨਹੀਂ ਪੂਰਾ ਕਰਦੇ। ਮਤਲਬ ਕਿ ਨਾਰਮਲੀ USA ਦੀ ਅਗਰ ਆਪਾਂ ਗੱਲ ਕਰੀਏ ਜੀ, ਹਾਰਡਲੀ ਮੈਮ 60 ਸੈਕਿੰਡ ਦਾ ਇੰਟਰਵਿਊ ਹੈ ਜੀ। 60 ਸੈਕਿੰਡ ਦੇ ਵਿੱਚ ਉਹ ਤੁਹਾਡੇ ਬਾਰੇ ਪੁੱਛ ਲੈਂਦੇ ਆ, ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਯੂਨੀਵਰਸਿਟੀ ਜਿੱਥੇ ਤੁਸੀਂ ਜਾਣਾ ਹੈਗਾ ਉਹਦੇ ਬਾਰੇ ਪੁੱਛ ਲੈਂਦੇ ਆ, ਜਾਂ ਉਹਦੀ ਫੀਸ ਜਾਂ ਉਹਦੀ ਕਾਸਟਿੰਗ ਬਾਰੇ ਪੁੱਛ ਲੈਂਦੇ ਆ। ਹੁਣ ਬੱਚੇ ਦਾ ਰਿਫਿਊਜ਼ਲ ਆਇਆ, ਬੱਚੇ ਨੂੰ ਆਪ ਦੇ ਬਾਰੇ ਹੀ ਨਹੀਂ ਪਤਾ, ਯੂਨੀਵਰਸਿਟੀ ਬਾਰੇ ਹੀ ਨਹੀਂ ਪਤਾ, ਤਾਂ ਸਟੇਟ ਫਾਰਵਰਡ ਰਿਫਿਊਜ਼ਲ ਆਉਣਾ ਚਾਹੀਦਾ ਜੀ। ਬਿਲਕੁਲ, ਕਈ ਤਰ੍ਹਾਂ ਦੇ ਅਜਿਹੇ ਕੇਸ ਆਉਂਦੇ ਰਹਿੰਦੇ ਨੇ, ਕਈ ਤਰ੍ਹਾਂ ਦਾ ਕੁਝ ਨਾ ਕੁਝ ਜੋ ਨੇ ਦੇਖਣ ਨੂੰ ਮਿਲਦਾ ਰਹਿੰਦਾ, ਨਵਾਂ ਕੁਝ ਨਾ ਕੁਝ ਕਿ ਹੁਣ ਕੀ ਹੋ ਰਿਹਾ, ਹੁਣ ਕੀ ਹੋ ਰਿਹਾ, ਜਿਸ ਤਰੀਕੇ ਦੇ ਨਾਲ ਹੁਣ ਵਾਲੀ ਫੋਨ ਕਾਲ ਦੇ ਵਿੱਚ ਹੋਇਆ। ਸੋ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ, ਜਿਹੜੇ ਦੇਸ਼ ਦੇ ਵਿੱਚ ਜਾਣਾ ਚਾਹੁੰਦੇ ਹੋ, ਉਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਵੀ ਹੋਣੀ ਚਾਹੀਦੀ ਹੈ। ਹਰ ਇੱਕ ਚੀਜ਼ ਅਸੀਂ ਏਜੰਟ ਦੇ ਮੱਥੇ ਤੇ ਨਹੀਂ ਮੜ ਸਕਦੇ ਕਿ ਏਜੰਟ ਨੇ ਸਾਡੀ ਤਿਆਰੀ ਨਹੀਂ ਕਰਾਈ, ਏਜੰਟ ਨੇ ਅਜਿਹਾ ਕੀਤਾ ਜਾਂ ਏਜੰਟ ਨੇ ਸਾਨੂੰ ਦੱਸਿਆ ਨਹੀਂ, ਸਾਡੇ ਨਾਲ ਫਰੋਡ ਹੋ ਗਿਆ। ਕੁਝ ਸਮਝਦਾਰੀ ਖੁਦ ਨੂੰ ਵੀ ਰੱਖਣੀ ਪੈਂਦੀ ਹੈ। ਜਿਹੜੀ ਵੀ ਕੰਟਰੀ ਦੇ ਵਿੱਚ ਜਾਣਾ ਚਾਹੁੰਦੇ ਹੋ ਉਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਵੀ ਹੋਣੀ ਚਾਹੀਦੀ ਹੈ। ਆਪਣੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਕਿਸ ਯੂਨੀਵਰਸਿਟੀ ਤੋਂ ਕੀ ਤੁਸੀਂ ਡਿਗਰੀ ਕੀਤੀ ਹੈ। ਜੇ +2 ਕੀਤੀ ਹੈ ਪੰਜਾਬ ਬੋਰਡ ਦੀ, ਤੁਹਾਨੂੰ ਸਾਰੀ ਪੂਰੀ ਜਾਣਕਾਰੀ ਖੁਦ ਨੂੰ ਹੋਣੀ ਚਾਹੀਦੀ ਹੈ, ਤਾਂ ਰਿਫਿਊਜ਼ਲ ਤੁਹਾਡੀ ਨਹੀਂ ਆ ਸਕਦੀ। ਤੇ ਸ਼ੋਅ ਦੇ ਵਿੱਚ ਜੇਕਰ ਤੁਸੀਂ ਆਪਣੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਉਸ ਦੇ ਵਿੱਚ ਤੁਸੀਂ ਉਸ ਤੇ ਕਾਲ ਕਰਕੇ ਆਪਣੀ ਸਾਰੀ ਕੁਐਰੀਜ਼ ਡਿਸਕਸ ਕਰ ਸਕਦੇ ਹੋ। ਬਲਜਿੰਦਰ ਜੀ ਫਿਊਚਰ ਡਿਵੈਲਪਰ ਕੰਸਲਟੈਂਟ ਤੋਂ FDC ਤੋਂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਤੁਸੀਂ ਆਪਣੀ ਸਾਰੀ ਜੋ ਦਿਲ ਦੇ ਵਿੱਚ ਸਵਾਲ ਨੇ ਪੁੱਛ ਸਕਦੇ ਹੋ। ਸਟੱਡੀ ਵੀਜ਼ਾ ਐਕਸਪਰਟ ਨੇ ਤੇ ਸਟੱਡੀ ਨੂੰ ਲੈ ਕੇ ਕੋਈ ਵੀ ਸਵਾਲ ਹੈ ਕਿਸੇ ਵੀ ਦੇਸ਼ ਦੇ ਵਿੱਚ ਜਾਣ ਦੇ ਲਈ ਤਾਂ ਤੁਸੀਂ ਕੰਸਲਟ ਕਰ ਸਕਦੇ ਹੋ। ਇਹਨਾਂ ਦੇ ਆਫਿਸ ਵੀ ਜਾ ਸਕਦੇ ਹੋ, 34 ਸੈਕਟਰ ਦੇ ਵਿੱਚ ਇਹਨਾਂ ਦਾ ਆਫਿਸ ਹੈ, ਉੱਥੇ ਵੀ ਜਾ ਕੇ ਕੰਸਲਟ ਕਰ ਸਕਦੇ ਹੋ ਜਿਸ ਤਰੀਕੇ ਦੇ ਨਾਲ ਜੋ ਵੀ ਤੁਸੀਂ ਕੰਫਰਟੇਬਲ ਹੋ, ਜਿਸ ਤਰੀਕੇ ਦੇ ਨਾਲ। ਸੋ ਇੱਕ ਹੋਰ ਕਾਲ ਆ ਰਹੀ ਹੈ, ਅਸੀਂ ਉਹ ਵੀ ਕਾਲ ਅਟੈਂਡ ਕਰ ਲੈਂਦੇ ਹਾਂ। ਕਿਹੜਾ ਸਵਾਲ ਤੁਹਾਡੇ ਮਨ 'ਚ ਹੈ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਬਾਹਰ ਜਾਣ ਦੇ ਲਈ? ਹਾਂਜੀ ਮੈਮ, ਮੈਂ ਨਾ ਕੈਨੇਡਾ ਦੇ ਲਈ ਅਪਲਾਈ ਕਰਨਾ ਚਾਹੁੰਦਾ। ਮੇਰੇ ਮੈਮ ਓਵਰਆਲ 6 ਬੈਂਡ ਹੈ ਤੇ ਮੈਂ ਐਲੀਜੀਬਲ ਹਾਂ। ਮੈਂ ਆਪਣੇ ਜੁਲਾਈ ਦੇਖ ਲਈ ਹੈ, ਸਤੰਬਰ ਦੇਖ ਲਈ ਜੀ। ਕਿਹੜੀ ਕੰਟਰੀ ਅਪਲਾਈ ਕਰਨਾ ਬੇਟਾ? ਕੈਨੇਡਾ। ਤੇ ਸਰ ਮੈਨੂੰ ਇਹ ਦੱਸੋ ਆਪਣੀ ਅਕੈਡਮਿਕ ਕੁਆਲੀਫਿਕੇਸ਼ਨ ਕੀ ਹੈ ਜੀ? +2 ਹੈ ਜੀ ਮੇਰੀ। +2 ਕਿਹੜੇ ਈਅਰ ਚ ਪਾਸ ਆਊਟ ਹੋ ਤੁਸੀਂ? +2 ਮੈਂ 2019 ਚ ਪਾਸ ਆਊਟ। 2019 ਚ ਪਾਸ ਆਊਟ ਹੋ। ਪਹਿਲੀ ਵਾਰ ਫਾਈਲ ਲਗਾਣੀ ਹੈ, ਇਸ ਤੋਂ ਪਹਿਲਾਂ ਫਾਈਲ ਲਗਾ ਚੁੱਕੇ ਹੋ? ਨਹੀਂ, ਫਸਟ ਟਾਈਮ ਹੀ ਹੈ ਜੀ ਮੇਰੀ। ਠੀਕ ਹੈ ਜੀ। ਕੋਈ ਫਾਈਲ ਨਹੀਂ ਲਗਾਈ। ਤੇ 2019 ਤੋਂ ਪਹਿਲਾਂ ਕੀ ਕਰ ਰਹੇ ਹੋ, ਬਾਅਦ ਕੀ ਕੀਤਾ ਜੀ 19 ਤੋਂ ਲੈ ਕੇ 22 ਤੱਕ? 19 ਤੋਂ ਲੈ ਕੇ 22 ਤੱਕ ਤਾਂ ਸਰ ਮੈਂ ਡਿਪਲੋਮਾ ਕੀਤਾ ਹੋਇਆ ਹੈ। ਠੀਕ ਹੈ ਜੀ। 2 ਸਾਲ ਦਾ। ਠੀਕ ਹੈ। ਤੇ ਮੇਰੇ ਇੱਕ ਮੋਡਿਊਲ ਦੇ ਵਿੱਚ 5.5 ਸਕੋਰ ਹੈ, ਬਾਕੀ ਓਵਰਆਲ 6 ਹੈ ਮੇਰੇ। ਠੀਕ ਹੈ। ਤੇ 19 ਤੋਂ ਲੈ ਕੇ 21 ਤੱਕ ਆਪਣਾ ਡਿਪਲੋਮਾ ਹੈ, ਰਾਈਟ ਸਰ? ਹਾਂਜੀ ਹਾਂਜੀ। ਠੀਕ ਹੈ ਜੀ। ਇੱਕ ਦੇ ਵਿੱਚ 5.5 ਹੈ। ਕੋਈ ਲੋਕੈਲਿਟੀ ਨੂੰ ਲੈ ਕੇ ਪ੍ਰੈਫਰੈਂਸ ਤਾਂ ਨਹੀਂ ਹੈ, ਜਾਂ ਕਾਲਜ ਨੂੰ ਲੈ ਕੇ ਤਾਂ ਕੋਈ ਪ੍ਰੈਫਰੈਂਸ ਨਹੀਂ ਹੈ? ਪ੍ਰੈਫਰੈਂਸ ਸਰ ਕੋਈ ਨਹੀਂ ਹੈਗੀ ਮੇਰੀ। ਠੀਕ ਹੈ। ਐਲੀਜੀਬਲ ਹਾਂ ਹੋਵਾਂਗਾ ਨਹੀਂ ਹੋਵਾਂਗਾ, ਸਹੀ ਸਵਾਲ ਹੈ। ਸਵਾਲ ਕੀ ਹੈ ਜੀ ਆਪਣਾ, ਕੀ ਕੈਨੇਡਾ ਦਾ ਅਪਲਾਈ ਹੋ ਜਾਊਗਾ ਜਾਂ ਨਹੀਂ ਹੋ ਜਾਊਗਾ? ਹਾਂਜੀ ਹਾਂਜੀ, ਮੇਰੀ ਅਕੈਡਮਿਕਸ ਨੂੰ ਦੇਖਦੇ ਹੋਏ ਬਿਲਕੁਲ ਜੀ। ਦੇਖੋ, ਅਗਰ ਆਪਾਂ ਗੱਲ ਕਰੀਏ ਅੱਜ ਦੀ ਸਿਚੁਏਸ਼ਨ ਨੂੰ ਮੱਦੇਨਜ਼ਰ ਰੱਖਦੇ ਗੱਲ ਕਰੀਏ, ਮਈ ਲਈ ਤਾਂ ਮੈਂ ਤੁਹਾਨੂੰ ਐਡਵਾਈਜ਼ ਨਹੀਂ ਕਰੂੰਗਾ ਕਿ ਤੁਸੀਂ ਮਈ ਲਈ ਅਪਲਾਈ ਕਰੋ। ਹਾਂ, ਬਟ ਸੈਪਟੰਬਰ ਲਈ ਤੁਸੀਂ ਅਪਲਾਈ ਕਰੋ। ਜਿੱਦਾਂ ਤੁਸੀਂ ਦੱਸਿਆ ਕੋਈ ਪ੍ਰੈਫਰੈਂਸ ਨਹੀਂ ਹੈ, ਨਾ ਕਾਲਜ ਨੂੰ ਲੈ ਕੇ ਹੈ, ਨਾ ਹੀ ਤੁਹਾਡੀ ਕਿਸੇ ਯੂਨੀਵਰਸਿਟੀ ਜਾਂ ਲੋਕੈਲਿਟੀ ਨੂੰ ਲੈ ਕੇ ਹੈ। ਸੈਪਟੰਬਰ 2022 ਲਈ ਅਪਲਾਈ ਕਰੋ, ਦਿਨ ਵਧੀਆ ਆਣਗੇ ਤੇ ਵੀਜ਼ਾ ਆ ਜਾਊਗਾ ਆਪਣਾ। ਚਲੋ ਠੀਕ ਹੈ ਸਰ, ਠੀਕ ਹੈ। ਹੋਰ ਕੋਈ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋਵੋ? ਨਹੀਂ ਮੈਮ, ਬਸ ਮੇਰਾ ਐਲੀਜੀਬਿਲਟੀ ਤੋਂ ਲੈ ਕੇ ਹੀ ਸਵਾਲ ਸੀਗਾ, ਜੀ ਕਲੀਅਰ ਹੋ ਗਿਆ ਮੈਮ। ਜੀ, ਥੈਂਕ ਯੂ ਸਰ। ਓਕੇ ਜੀ। ਸੋ ਕਈ ਵਾਰ ਅਜਿਹੇ ਜੋ ਕਾਲਸ ਆਉਂਦੀਆਂ ਨੇ, ਕਈ ਵਾਰ ਲੋਕਾਂ ਨੂੰ ਸਿਰਫ ਖਾਸ ਕਰਕੇ ਪੰਜਾਬੀਆਂ ਨੂੰ ਚਾਹ ਹੁੰਦਾ ਕਿ ਅਸੀਂ ਬਾਹਰ ਜਾਣਾ ਹੈ, ਕੋਈ ਕੰਡੀਸ਼ਨ ਨਹੀਂ ਹੁੰਦੀ, ਬਸ ਕੈਨੇਡਾ ਜਾਣਾ, ਜਿੱਥੇ ਮਰਜ਼ੀ ਭੇਜ ਦਿਓ। ਜੀ ਜੀ ਜੀ। ਤੁਹਾਡੇ ਕੋਲ ਵੀ ਇਹੋ ਜਿਹੇ ਆਉਂਦੇ ਹੋਣਗੇ? ਬਿਲਕੁਲ ਮੈਮ, ਅਗਰ ਆਪਾਂ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਹੈ ਹੀ ਇਦਾਂ ਦੀ ਕੰਟਰੀ ਕਿ ਉੱਥੇ ਕੋਈ ਫਰਕ ਹੀ ਨਹੀਂ ਹੈ। ਉਹਦੇ 6 ਮਤਲਬ ਕਿ ਤੁਸੀਂ ਲੈ ਕੇ ਚੱਲੋ ਆਲਮੋਸਟ ਉਹਦੀ 3 ਟੈਰੀਟਰੀਜ਼ ਨੇ ਤੇ ਉਹਦੇ 6 ਪ੍ਰੋਵਿੰਸ ਨੇ। ਸਾਰੇ ਦੇ ਸਾਰੇ ਪ੍ਰੋਵਿੰਸ ਦੇ ਅੰਦਰ ਐਟਮੋਸਟ ਫੇਅਰ ਹੈ ਤੇ ਬੱਚਿਆਂ ਨੂੰ ਜ਼ਿਆਦਾ ਫਰਕ ਨਹੀਂ ਪੈਂਦਾ, ਕਿਉਂਕਿ ਪੰਜਾਬ ਉਦੋਂ ਤੋਂ ਕੈਨੇਡਾ ਜਾਂਦਾ ਹੈਗਾ, ਮੈਨੂੰ ਲੱਗਦਾ ਜਦੋਂ ਆਪਾਂ ਛੋਟੇ ਹੁੰਦੇ ਸੀਗੇ, ਤਾਂ ਹਰ ਕਿਸੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਉੱਥੇ ਬੈਠਿਆ ਹੈਗਾ। ਇਸ ਕਰਕੇ ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਪ੍ਰੋਵਿੰਸ 'ਚ ਜਾਂਦੇ ਨੇ। ਜੀ। ਸੋ ਜਿਸ ਤਰੀਕੇ ਦੇ ਨਾਲ ਲੋਕ ਆਪਣੇ ਸਵਾਲ ਪੁੱਛ ਰਹੇ ਨੇ, ਅਸੀਂ UK ਤੇ ਖਾਸ ਕਰਕੇ ਗੱਲ ਕੀਤੀ ਸੀ ਕਿ UK ਦੇ ਬਾਰੇ ਅੱਜ ਗੱਲ ਕਰਾਂਗੇ ਕਿ ਕਿਹੜੇ ਇਨਟੇਕ ਨੇ, ਮਈ ਤੇ ਸਤੰਬਰ ਇਨਟੇਕ ਨੇ, ਤੇ ਖਾਸ ਕਰਕੇ ਕਿਹੜੇ ਇਨਟੇਕ ਦੇ ਵਿੱਚ ਜ਼ਿਆਦਾ ਵੀਜ਼ੇ ਲੱਗ ਸਕਦੇ ਨੇ, ਮਈ ਦੀ ਗੱਲ ਹੋਵੇ ਜਾਂ ਸਤੰਬਰ ਦੀ ਗੱਲ ਹੋਵੇ। ਮੈਮ, ਅਗਰ ਆਪਾਂ ਗੱਲ ਕਰੀਏ, ਡਿਪੈਂਡ ਕਰਦਾ ਜੀ ਪ੍ਰੋਫਾਈਲ। ਅਗਰ ਆਪਾਂ ਮੋਟੇ ਤੌਰ ਤੇ, ਅਗਰ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ, ਜਿਹੜੇ ਵੀ
ਗ੍ਰੈਜੂਏਟ ਬੱਚੇ ਨੇ ਉਹਨਾਂ ਨੂੰ ਤਾਂ ਤਿੰਨੋਂ ਇਨਟੇਕ ਮਿਲਦੇ ਨੇ। ਉਹਨਾਂ ਨੂੰ ਜਨਵਰੀ ਵੀ ਮਿਲ ਜਾਂਦਾ ਹੈ ਜੀ, ਉਹਨਾਂ ਨੂੰ ਮਈ ਵੀ ਮਿਲ ਜਾਂਦਾ ਹੈ ਤੇ ਉਹਨਾਂ ਨੂੰ ਸੈਪਟੰਬਰ ਵੀ ਮਿਲ ਜਾਂਦਾ ਹੈ। ਬਟ ਜਿਹੜੇ ਅੰਡਰ ਗ੍ਰੈਜੂਏਟ ਨੇ, ਜਿਹੜੇ ਸਾਡੇ +2 ਵਾਲੇ ਬੱਚੇ ਨੇ, ਉਹਨਾਂ ਨੂੰ ਜਿਹੜੇ ਮੇਜਰ ਇਨਟੇਕ ਨੇ, ਜਿਹੜੇ ਸਭ ਤੋਂ ਵੱਡੇ ਇਨਟੇਕ ਨੇ, ਜਾਂ ਤਾਂ ਉਹ ਜਨਵਰੀ ਹੈ ਜੀ ਜਾਂ ਉਹ ਸੈਪਟੰਬਰ ਹੈ। ਬਹੁਤ ਘੱਟ ਯੂਨੀਵਰਸਿਟੀਜ਼ ਹੋਣਗੀਆਂ ਜਿਹੜੀਆਂ ਤੁਹਾਨੂੰ ਮਈ ਇਨਟੇਕ ਆਫਰ ਕਰਨਗੀਆਂ, ਉਹ ਵੀ ਉਹ ਯੂਨੀਵਰਸਿਟੀਜ਼ ਕਰਨਗੀ ਜਿਨ੍ਹਾਂ ਕੋਲ ਕੁਝ ਸੀਟਾਂ ਬਚੀ ਹੋਈਆਂ ਨੇ। ਤੇ ਜੇਕਰ ਤੁਸੀਂ ਗ੍ਰੈਜੂਏਟ ਹੈਗੇ ਹੋ ਜੀ, ਜਾਂ ਤੁਸੀਂ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਹੋ, ਤਾਂ ਤੁਸੀਂ ਜਾਂ ਤਾਂ ਕੋਈ ਵੀ ਇਨਟੇਕ ਕਰ ਸਕਦੇ ਹੋ ਤਿੰਨੋਂ ਇਨਟੇਕ ਦੇ ਵਿੱਚ। ਬਟ ਅਗਰ ਗ੍ਰੈਜੂਏਟ ਹੈ ਉਹਨਾਂ ਲਈ ਥੋੜੀ ਪ੍ਰੋਬਲਮ ਹੈ, ਉਹਨਾਂ ਨੂੰ ਦੋਨੋਂ ਇਨਟੇਕ ਹੀ ਦੇਖਣੇ ਪੈਣਗੇ। ਤੇ ਯੂਕੇ ਦੇ ਵਿੱਚ ਪੀਆਰ ਦਾ ਕੀ ਸਿਸਟਮ ਹੈ? ਕਿਉਂਕਿ ਪੀਆਰ ਨੂੰ ਲੈ ਕੇ ਹੁੰਦਾ ਕਿ ਯੂਕੇ ਜਾਵਾਂਗੇ ਤਾਂ ਕਾਫੀ ਸਾਲ ਵਾਪਸ ਨਹੀਂ ਆ ਸਕਦੇ, ਕਾਫੀ ਸਾਲ ਲੱਗ ਜਾਣਗੇ ਪੀਆਰ ਹੋਣ ਦੇ ਲਈ। ਇਹ ਜੋ ਗੱਲਾਂ ਯੂਕੇ ਨੂੰ ਲੈ ਕੇ ਅਕਸਰ ਹੁੰਦੀਆਂ ਨੇ, ਇਸ ਦੇ ਬਾਰੇ ਕੀ ਕਲੈਰੀਫਿਕੇਸ਼ਨ ਹੈ? ਮੈਮ, ਜਦੋਂ ਵੀ ਕੋਈ ਕੰਟਰੀ ਨਵੀਂ ਚੀਜ਼ ਨੂੰ ਲਾਂਚ ਕਰਦੀ ਹੈ ਉਦੋਂ ਗੱਲਾਂ ਬਹੁਤ ਹੁੰਦੀਆਂ ਨੇ। ਅਗਰ ਆਪਾਂ ਗੱਲ ਕਰੀਏ ਯੂਕੇ ਦੀ, ਯੂਕੇ ਵੀ ਮੈਮ ਸੇਮ ਉਹੀ ਕੰਟਰੀ ਹੈਗੀ ਹੈ ਜੋ ਤੁਹਾਨੂੰ ਸਟੱਡੀ ਦੇ ਰਹੀ ਹੈ, ਸਟੱਡੀ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਦੇ ਰਹੀ ਹੈ। ਤੇ ਜਦੋਂ ਪੋਸਟ ਸਟੱਡੀ ਵਰਕ ਪਰਮਿਟ ਤੋਂ ਬਾਅਦ ਜਿਹੜੀ ਉਹਨਾਂ ਦੀ ਨੈਕਸਟ ਅਨਾਉਂਸਮੈਂਟ ਹੈ, ਕਿਉਂਕਿ ਜਿਹੜੇ ਸਾਡੇ ਹੁਣ ਦੇ ਬੱਚੇ ਗਏ ਨੇ 2019 ਦੇ ਅੰਦਰ, ਤੁਸੀਂ ਇਹ ਲੈ ਕੇ ਚੱਲੋ ਕਿ ਸਾਡਾ ਪਹਿਲਾ ਬੈਚ ਗਿਆ ਸੀਗਾ, ਉਸ ਤੋਂ ਬਾਅਦ ਬੱਚੇ ਹਲੇ ਪੋਸਟ ਸਟੱਡੀ ਵਰਕ ਪਰਮਿਟ ਤੇ ਆਏ ਨੇ। ਉੱਥੇ ਜਿਹੜਾ ਪੀਆਰ ਦਾ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਉਹ ਥੋੜਾ ਡਿਫਰੈਂਟ ਹੈ। ਅਗਰ ਆਪਾਂ ਉਹਨੂੰ ਬਹੁਤ ਇਨ ਡਿਟੇਲਸ ਜਾਂ ਇਨ ਬਰੀਫ ਕਰੀਏ ਤਾਂ ਬਹੁਤ ਲੰਬੀ ਡਿਸਕਸ਼ਨ ਹੈ। ਬਟ ਮੈਂ ਤੁਹਾਨੂੰ ਬੜਾ ਜਿਹਾ ਚਾਨਣਾ ਪਾ ਦਿੰਦਾ ਜੀ ਪੀਆਰ ਦੇ ਉੱਧਰ ਕੀ ਮਤਲਬ ਕਿ ਸਲੂਕ ਨੇ ਜਾਂ ਕੀ ਉੱਧਰ ਦੇ ਪ੍ਰੋਟੋਕੋਲਸ ਨੇ। ਅਗਰ ਤੁਸੀਂ ਉੱਥੇ ਟੀਅਰ 4 ਤੇ ਜਾਂਦੇ ਹੋ ਜੀ, ਟੀਅਰ 4 ਇਨ ਦਾ ਸੈਂਸ ਸਟੂਡੈਂਟ ਵੀਜ਼ਾ, ਤੇ ਟੀਅਰ 2 ਤੁਹਾਡਾ ਹੈਗਾ ਜੀ ਸਟੂਡੈਂਟ ਵੀਜ਼ਾ, ਵਰਕ ਪਰਮਿਟ। ਟੀਅਰ 2 ਦੇ ਅੰਦਰ ਰਹਿ ਕੇ ਤੁਸੀਂ ਵਰਕ ਪਰਮਿਟ ਕਰਦੇ ਹੈਗੇ ਹੋ ਤਾਂ ਜਿਹੜਾ ਤੁਹਾਨੂੰ ਉੱਧਰ ਦੀ ਗਵਰਨਮੈਂਟ ਹੈ, ਐਜ਼ ਪਰ ਦੀ ਗਵਰਨਮੈਂਟ ਨੋਰਮਸ ਤੁਹਾਨੂੰ ਪੀਆਰ ਮਿਲੂਗੀ। ਮੈਂ ਸਿਰਫ ਇਹ ਫਰਸਟ ਐਪਲੀਕੈਂਟ ਲਈ ਗੱਲ ਕਰ ਰਿਹਾ ਜੀ, ਮੇਨ ਐਪਲੀਕੈਂਟ ਲਈ ਗੱਲ ਕਰ ਰਿਹਾ, ਮੈਂ ਸਪਾਊਸ ਲਈ ਗੱਲ ਨਹੀਂ ਕਰ ਰਿਹਾ। ਅਗਰ ਤੁਸੀਂ ਉੱਥੋਂ ਦੀ ਸਟੱਡੀ ਕੀਤੀ ਹੈ ਤੇ ਉਹਨਾਂ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀਆਂ ਕੰਪਨੀਆਂ ਨੇ, ਟੀਅਰ 2 ਦੀ ਕੰਪਨੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚ ਕੰਮ ਕੀਤਾ ਤਾਂ ਤੁਸੀਂ ਪੀਆਰ ਤੁਹਾਨੂੰ ਮਿਲੂਗੀ ਜੀ। ਆਲਮੋਸਟ 5 ਸਾਲ ਦਾ ਜਿਹੜਾ ਹੈਗਾ ਇਹਨਾਂ ਦਾ ਟਾਈਮ ਲੱਗਦਾ ਹੈ। ਪਰ ਫਿਰ ਵੀ ਜੇਕਰ ਮੈਮ ਤੁਸੀਂ ਪੀਆਰ ਦੀ ਗੱਲ ਕਰ ਰਹੇ ਹੈਗੇ, ਬਹੁਤ ਸਾਰੇ ਦਰਸ਼ਕ ਹੈ ਪੀਆਰ ਬਾਰੇ ਜਾਣਨਾ ਚਾਹੁੰਦੇ ਹੋਣਗੇ, ਪਲੀਜ਼ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਤੁਸੀਂ ਸਾਡੇ ਆਫਿਸ ਵਿਜ਼ਿਟ ਕਰ ਸਕਦੇ ਹੋ। ਸਾਡਾ ਆਫਿਸ ਸੈਕਟਰ 34 ਦੇ ਵਿੱਚ ਹੈ। ਪੂਰੀ ਟੀਮ ਹੈ ਜੋ ਤੁਹਾਨੂੰ ਪੀਆਰ ਤੇ ਬਾਈਫਰਕੇਟ ਕਰੂਗੀ। ਬਿਲਕੁਲ, ਕਿਉਂਕਿ ਯੂਕੇ ਨੂੰ ਲੈ ਕੇ ਅਕਸਰ ਹੀ ਇਹ ਹਰ ਇੱਕ ਦੇ ਦਿਲ ਦੇ ਵਿੱਚ ਇਹ ਸਵਾਲ ਹੁੰਦਾ ਹੈ। ਤੇ ਸਟੱਡੀ ਦੀ ਗੱਲ ਕੀਤੀ ਜਾਵੇ ਤੇ ਸਟੱਡੀ ਮੇਨਲੀ ਕਿਸ ਫੀਲਡ ਦੇ ਵਿੱਚ ਜ਼ਿਆਦਾਤਰ ਵੀਜ਼ੇ ਯੂਕੇ ਦੇ ਵਿੱਚ ਲੱਗ ਰਹੇ ਨੇ? ਮੈਮ, ਯੂਕੇ ਦੇ ਅੰਦਰ ਨਾ ਅਗਰ ਆਪਾਂ ਸਪੈਸ਼ਲਾਈਜੇਸ਼ਨ ਨੂੰ ਲੈ ਕੇ ਗੱਲ ਕਰੀਏ, ਹਰ ਕੰਟਰੀ ਕੀ ਕਹਿੰਦੀ ਹੈ, ਸਾਨੂੰ ਰੈਲੇਵੈਂਸੀ ਚਾਹੀਦੀ ਹੈ। ਅਗਰ 2019 ਦੀ ਗੱਲ ਕਰੀਏ, ਜੋ ਯੂਕੇ ਦੇ ਵਿੱਚ 2019 ਦੀ ਯੂਨੀਵਰਸਿਟੀ ਦੇ ਜੋ ਸਪਾਂਸਰਡ ਪ੍ਰੋਗਰਾਮ ਸੀਗੇ, ਉਹਨਾਂ ਵਿੱਚ ਰੈਲੇਵੈਂਸੀ ਇੰਨੀ ਮੈਟਰ ਨਹੀਂ ਕਰਦੀ ਸੀਗੀ। ਬਟ ਅੱਜ ਦੇ ਟਾਈਮ ਦੇ ਵਿੱਚ ਬੱਚੇ ਅਵੇਅਰ ਹੋਣ ਲੱਗ ਗਏ। ਜਿੱਦਾਂ ਤੁਸੀਂ ਪੀਆਰ ਦੀ ਗੱਲ ਕੀਤੀ ਹੈ, ਅਗਰ ਪੀਆਰ ਲੈਣੀ ਹੈ ਤਾਂ ਰੈਲੇਵੈਂਸੀ ਲੈਣੀ ਪਊਗੀ। ਬੱਚੇ ਰੈਲੇਵੈਂਸੀ ਦੇ ਅਕੋਰਡਿੰਗਲੀ, ਕਿਉਂਕਿ ਉੱਥੇ ਸਾਰੇ ਪ੍ਰੋਗਰਾਮ ਆਫਰ ਨੇ ਜੀ, ਸਾਰੇ ਪ੍ਰੋਗਰਾਮ ਸਪਾਂਸਰਡ ਕਰਦੀਆਂ ਨੇ ਯੂਨੀਵਰਸਿਟੀਆਂ। ਬਟ ਜੋ ਸਾਡਾ ਮੇਜਰ ਕਰਾਊਡ ਹੈ, ਸਪੈਸ਼ਲੀ ਮੈਂ ਨਾਰਥ ਦੀ ਗੱਲ ਕਰੂੰਗਾ, ਮੈਂ ਬਾਰ-ਬਾਰ ਨਾਰਥ ਦੀ ਗੱਲ ਕਰਦਾ ਕਿਉਂਕਿ ਜੀ ਸਾਡਾ ਦਫ਼ਤਰ ਨਾਰਥ ਵਿੱਚ ਹੈ ਤੇ ਸਾਡੇ ਕੋਲ ਕਰਾਊਡ ਨਾਰਥ ਦਾ ਹੈਗਾ। ਜ਼ਿਆਦਾਤਰ ਜਿਹੜੇ ਸਾਡੇ ਨਾਰਥ ਇੰਡੀਅਨ ਬੱਚੇ ਨੇ ਜੀ, ਮੈਕਸਿਮਮ ਬੱਚੇ ਮਤਲਬ ਕਿ 100 ਦੇ ਵਿੱਚੋਂ 90 ਬੱਚੇ ਜਿਹੜੇ ਨੇ ਉਹ ਬਿਜ਼ਨਸ ਦੇ ਵਿੱਚ ਜਾਂਦੇ ਨੇ। ਉਹ ਚਾਹੇ ਬਿਜ਼ਨਸ ਮੈਨੇਜਮੈਂਟ BSc ਹੈ, MSc ਹੈ, ਜਾਂ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ, ਦੋਨੋਂ ਬੱਚੇ ਮਤਲਬ ਕਿ ਬਿਜ਼ਨਸ ਦੇ ਬੱਚੇ ਜ਼ਿਆਦਾ ਨੇ ਜੀ। ਤੇ +2 ਤੋਂ ਬਾਅਦ ਜਿਹੜੇ ਬੱਚੇ +2 ਕਰਕੇ ਜਾਂਦੇ ਨੇ, ਉਹਨਾਂ ਦੇ ਲਈ ਕਿਹੜੀ ਜੋ ਜ਼ਿਆਦਾ ਕਿਸ ਫੀਲਡ ਦੇ ਵਿੱਚ ਵੀਜ਼ੇ ਲੱਗ ਰਹੇ ਨੇ? ਮੈਮ, ਉਹੀ ਮੈਂ ਤੁਹਾਨੂੰ ਦੱਸਿਆ ਹੈਗਾ, ਕਿਉਂਕਿ +2 ਇੱਕ ਇਦਾਂ ਦਾ ਫੀਲਡ ਹੈਗਾ ਜਿੱਥੇ ਤੁਸੀਂ ਆਪਣੇ ਕਰੀਅਰ ਦੀ ਸਟਾਰਟ ਕਰਨੀ ਹੁੰਦੀ ਹੈ। ਨਾਰਮਲੀ ਤਾਂ ਮੈਮ ਅਗਰ ਆਪਾਂ ਆਪਣੇ ਇੰਡੀਆ ਦੀ ਗੱਲ ਕਰੀਏ, ਆਪਣੇ ਇੰਡੀਆ ਦੇ ਅੰਦਰ ਵੀ 3-4 ਸਟਰੀਮ ਨੇ। PCM ਹੈ, PCB ਹੈ, ਕਾਮਰਸ ਹੈ ਤੇ ਆਰਟਸ ਵਾਲੇ ਬੱਚੇ ਹੈ। ਇਹ ਚਾਰੋਂ ਦੇ ਚਾਰੋਂ ਬੱਚੇ ਜੋ ਚਾਹਣ ਉਹ ਕੋਰਸ ਅੱਗੇ ਕੰਟੀਨਿਊ ਕਰ ਸਕਦੇ ਆ। ਬਟ ਜਿਹੜੇ ਆਰਟਸ ਵਾਲੇ ਬੱਚੇ ਨੇ ਜੀ, ਨਾਰਮਲੀ ਹੈ ਤਾਂ ਈਜ਼ੀ, ਬਟ ਉਹਨਾਂ ਲਈ ਆਪਸ਼ਨ ਜ਼ਿਆਦਾ ਨੇ ਜੀ। ਤੇ ਰਿਫਿਊਜ਼ਲ ਕੇਸਿਸ ਜੋ ਨੇ, ਜਿਨ੍ਹਾਂ ਦੀ ਰਿਫਿਊਜ਼ਲ ਆ ਜਾਂਦੀ ਹੈ, ਭਾਵੇਂ ਕੈਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਕਿਤੋਂ ਵੀ ਹੋਵੇ, ਤੇ ਹੁਣ ਜੋ ਯੂਕੇ ਨੇ ਵੀਜ਼ੇ ਖੋਲ੍ਹੇ ਨੇ, ਯੂਕੇ ਵੀਜ਼ੇ ਦੇ ਰਹੀ ਹੈ, ਤੇ ਰਿਫਿਊਜ਼ਲ ਕੇਸਿਸ ਦੇ ਕਿੰਨੇ ਕੁ ਚਾਂਸਿਸ ਨੇ? ਮੈਮ, ਅਗਰ ਕੈਨੇਡਾ ਤੇ ਆਸਟ੍ਰੇਲੀਆ ਦੀ ਰਿਫਿਊਜ਼ਲਸ ਦੀ ਗੱਲ ਕਰੀਏ ਤਾਂ ਮੈਂ ਸਿੱਧੇ ਤੌਰ ਤੇ ਇਹ ਕਹੂੰਗਾ, ਜੋ ਵੀ ਦਰਸ਼ਕ ਇਸ ਸ਼ੋਅ ਨੂੰ ਵੇਖ ਰਹੇ ਹੈ, ਜੇ ਤੁਹਾਡਾ ਰਿਫਿਊਜ਼ਲ ਆਇਆ ਉਹ ਸਾਲ ਪਹਿਲਾਂ ਆਇਆ, 2 ਸਾਲ ਪਹਿਲਾਂ ਆਇਆ, ਜਾਂ ਲੇਟੈਸਟ ਆਇਆ, ਤੁਸੀਂ ਮੈਨੂੰ ਇਹ ਪੁੱਛਦੇ ਹੈਗੇ ਹੋ ਕਿ ਬਲਜਿੰਦਰ ਜੀ ਆਪਾਂ ਓਵਰਸੀਜ਼ ਜਾਣਾ ਹੈਗਾ, ਤਾਂ ਯੂਕੇ ਉਹਨਾਂ ਲਈ ਫਰਸਟ ਚੁਆਇਸ ਹੋਣੀ ਚਾਹੀਦੀ ਹੈ। ਕਿਉਂਕਿ 1-2 ਰਿਫਿਊਜ਼ਲ ਹੋ ਚੁੱਕੇ ਹੈ, ਉਹਨਾਂ ਨੂੰ ਵੀ ਪਤਾ ਕਿ ਉਹਨਾਂ ਦੇ ਪ੍ਰੋਫਾਈਲ ਦੇ ਵਿੱਚ ਕੁਝ ਪਾਣ ਕੱਢਣ ਵਾਲਾ ਨਹੀਂ ਰਿਹਾ। ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਜੇਕਰ ਤੁਹਾਡਾ ਰਿਫਿਊਜ਼ ਹੋ ਚੁੱਕਿਆ ਹੈ, ਸਿੱਧੇ ਤੌਰ ਤੇ ਤੁਸੀਂ ਯੂਕੇ ਨਹੀਂ ਅਪਲਾਈ ਕਰੋ ਤੇ ਤੁਹਾਡਾ ਵੀਜ਼ਾ ਆ ਜਾਊਗਾ ਜੀ। ਤੇ ਪਰਸੈਂਟੇਜ ਕਿੰਨੀ ਕੁ ਮੈਟਰ ਕਰ ਰਹੀ ਹੈ ਇਸ ਸਮੇਂ? ਮੈਮ, ਪਰਸੈਂਟੇਜ ਜਿਹੜੀ ਹੈਗੀ ਨੇ ਨਾ, ਪਰਸੈਂਟੇਜ ਅਗਰ ਮੈਂ ਗੱਲ ਕਰਾਂ, ਇੱਕ ਔਨ ਐਵਰੇਜ ਪ੍ਰੋਫਾਈਲ ਦੀ ਗੱਲ ਕਰਾਂ, 50% ਤੁਹਾਡਾ ਹੋਣਾ ਚਾਹੀਦਾ ਜੀ ਵਿਦ ਲੈਂਗੁਏਜ।
ਤਾਂ ਤੁਹਾਡਾ ਪ੍ਰੋਫਾਈਲ ਐਕਸੈਪਟੇਬਲ ਹੈ। ਜੇਕਰ ਤੁਹਾਡਾ ਇਸ ਤੋਂ ਵੱਧ ਹੈ ਪ੍ਰੋਫਾਈਲ ਤਾਂ ਐਕਸੈਪਟ ਹੋਊਗੀ ਪਲੱਸ ਤੁਹਾਨੂੰ ਸਕਾਲਰਸ਼ਿਪ ਮਿਲੂਗੀ ਜੋ ਕਿ 3 ਤੋਂ ਲੈ ਕੇ 5000 ਪਾਉਂਡ ਹੈ, ਮਤਲਬ ਕਿ 3 ਲੱਖ ਤੋਂ ਲੈ ਕੇ 5 ਲੱਖ ਰੁਪਏ। ਮੈਨੂੰ ਲੱਗਦਾ ਬੱਚੇ ਲਈ ਬਹੁਤ ਇੱਕ ਸਮੈਸਟਰ ਦੀ ਫੀਸ ਨਿਕਲ ਜਾਂਦੀ ਹੈ। ਤੇ ਜੋ ਇਸ ਸਟੱਡੀ ਵੀਜ਼ੇ ਜੋ ਲੱਗ ਰਹੇ ਨੇ ਤੇ ਕੀ ਰੇਟਸ ਨੇ ਉਹਨਾਂ ਦੇ, ਕਿ ਕਿੰਨਾ ਪੈਸਾ ਇੰਡੀਅਨ, ਜੇ ਆਪਾਂ ਇੰਡੀਅਨ ਕਰੰਸੀ ਦੀ ਗੱਲ ਕਰੀਏ ਤਾਂ ਕਿੰਨਾ ਪੈਸਾ ਲੱਗ ਰਿਹਾ ਇਸ ਸਮੇਂ? ਬੜਾ ਇੰਟਰਸਟਿੰਗ ਜਿਹਾ ਸਵਾਲ ਹੈ ਮੈਮ ਤੁਹਾਡਾ, ਮਤਲਬ ਕਿ ਸਾਰੇ ਬੱਚੇ ਇਹੀ ਜਾਣਨਾ ਚਾਹੁੰਦੇ ਆ ਕਿ ਸਾਡਾ ਖਰਚਾ ਕਿੰਨਾ ਕੁ ਆ ਜਾਊਗਾ। ਅਗਰ ਆਪਾਂ ਖਰਚੇ ਦੀ ਗੱਲ ਕਰੀਏ ਜੀ, ਯੂਕੇ ਦੇ ਅੰਦਰ ਖਰਚਾ ਤੁਹਾਡੇ ਮਨਪਸੰਦ ਦਾ ਹੋ ਸਕਦਾ ਹੈ, ਜੋ ਤੁਹਾਨੂੰ ਲੱਗਦਾ ਜਿੰਨਾ ਖਰਚਾ ਤੁਸੀਂ ਕਰਨਾ ਚਾਹੁੰਦੇ ਹੋ। ਕਿਉਂਕਿ ਜੀ ਯੂਨੀਵਰਸਿਟੀ ਦੀ ਜਿਹੜੀ ਫੀਸ ਹੈ 12 ਤੋਂ ਲੈ ਕੇ 16000 ਪਾਉਂਡ ਹੈ। ਮੈਕਸਿਮਮ ਆਪਾਂ 16 ਲੱਖ ਰੁਪਏ ਫੀਸ ਰੱਖ ਲੈਂਦੇ ਆ ਜੀ। ਹੁਣ ਜੇ ਤੁਸੀਂ ਬਹੁਤ ਮਤਲਬ ਕਿ ਪ੍ਰੋਫਾਈਲ ਤੁਹਾਡਾ ਧਾਸੂ ਪ੍ਰੋਫਾਈਲ ਹੈ, ਵਧੀਆ ਪ੍ਰੋਫਾਈਲ ਹੈ, 5000 ਦੀ ਸਕਾਲਰਸ਼ਿਪ ਮਿਲ ਗਈ ਮੈਮ। 5000 ਦੇ ਤੁਸੀਂ ਕੱਢ ਦਿਓ ਜੀ, 16 ਚੋਂ 5 ਗਿਆ, 11 ਰਹਿ ਗਿਆ। 11 ਦੇ ਵਿੱਚ ਯੂਨੀਵਰਸਿਟੀ ਕਹਿੰਦੀ ਹੈ ਜੀ ਮੈਨੂੰ 3 ਮਹੀਨੇ ਦੀ ਫੀਸ ਦੇ ਦਿਓ। 11 ਦੇ ਵਿੱਚੋਂ ਮੈਮ ਕੈਲਕੂਲੇਟ ਕਰ ਲਓ ਤੁਸੀਂ 3 ਮਹੀਨੇ ਦੀ ਆਲਮੋਸਟ 2,80,000 ਰੁਪਇਆ ਔਨ ਐਵਰੇਜ। 2,80,000 ਰੁਪਇਆ ਉਹ ਆ ਗਿਆ ਜੀ। ਟੋਟਲ ਜੀ ਦੇਖੋ, ਜਿਹਨੇ ਯੂਕੇ ਜਾਣਾ ਹੈ 5 ਲੱਖ 'ਚ ਵੀ ਜਾ ਸਕਦਾ ਹੈ, 10 ਵੀ ਜਾ ਸਕਦਾ ਹੈ, 15 ਵੀ ਜਾ ਸਕਦਾ ਹੈ, 18 ਵੀ ਜਾ ਸਕਦਾ ਹੈ। ਤੁਹਾਡੇ ਹਿਸਾਬ ਨਾਲ ਜਾ ਸਕਦੇ ਹੋ ਜੀ। ਹੋਰਾਂ ਕੰਟਰੀਆਂ ਵਾਂਗੂ ਨਹੀਂ ਹੈਗਾ ਕਿ ਇੱਕ ਫਿਕਸ ਬਜਟ ਹੈ, ਜਿੱਦਾਂ ਕੈਨੇਡਾ ਦੇ ਅੰਦਰ 16 ਲੱਖ ਲੱਗਦਾ ਹੀ ਲੱਗਦਾ ਹੈ GIC ਪਲੱਸ 1 ਈਅਰ ਦੀ ਫੀਸ ਨੂੰ ਲਗਾ ਕੇ। ਯੂਕੇ 'ਚ ਇਦਾਂ ਦੀ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀ। ਤੁਸੀਂ ਘੱਟ ਤੋਂ ਘੱਟ ਬਜਟ 'ਚ ਵੀ ਜਾ ਸਕਦੇ ਹੋ, ਵੱਧ ਤੋਂ ਵੱਧ ਬਜਟ 'ਚ ਵੀ ਜਾ ਸਕਦੇ ਹੋ। ਤੇ ਕਈ ਜੋ ਇਹ ਵੀ ਸਵਾਲ ਹੁੰਦੇ ਨੇ ਕਿ ਏਜੰਟ ਨੇ ਸਾਡੇ ਤੋਂ ਘੱਟ ਪੈਸੇ ਮੰਗੇ ਨੇ ਤੇ ਉਧਰ ਜਾ ਕੇ ਸਾਨੂੰ ਦਿੱਕਤ ਹੋਊਗੀ, ਏਜੰਟ ਧੋਖਾ ਕਰਨਗੇ ਜਾਂ ਕੁਝ ਵੀ ਇਦਾਂ ਦਾ ਫਰੋਡ ਹੋ ਜਾਏਗਾ ਕਿ 3 ਲੱਖ 'ਚ ਕੌਣ ਭੇਜ ਰਿਹਾ ਬਾਹਰ। ਤੇ ਇਹਦੇ ਬਾਰੇ ਵੀ ਥੋੜਾ ਚਾਨਣਾ ਪਵਾਉਣਾ ਚਾਹੂੰਗੀ ਕਿ ਲੋਕ ਜੋ ਸਵਾਲ ਪੁੱਛਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਇਹੀ ਗੱਲਾਂ ਹੁੰਦੀਆਂ ਨੇ। ਬਿਲਕੁਲ ਮੈਮ, ਏਜੰਟ ਕਦੇ ਕਿਸੇ ਨਾਲ ਧੋਖਾ ਨਹੀਂ ਕਰਦੇ ਹੁੰਦੇ। ਧੋਖਾ ਆਪਾਂ ਆਪ ਹੀ ਆਪਣੇ ਨਾਲ ਕਰਦੇ ਆ। ਜਦੋਂ ਮੈਂ ਤੁਹਾਨੂੰ ਸਿੱਧੇ ਤੌਰ ਤੇ ਹੀ ਦੱਸ ਦਿੱਤਾ ਹੈਗਾ ਜੀ, ਜੇ ਤੁਸੀਂ 5 ਲੱਖ ਲਾਓਗੇ ਤਾਂ ਤੁਹਾਡੀ 2-3 ਮਹੀਨੇ ਦੀ ਫੀਸ ਜਾਊਗੀ। 2-3 ਮਹੀਨੇ ਕੀ ਹੁੰਦੇ ਆ ਮੈਨੂੰ ਪਤਾ ਵੀ ਨਹੀਂ ਲੱਗਦਾ ਹੈਗਾ। ਬੰਦਾ ਜਾਂਦਾ ਹੈ, ਪਹਿਲੇ ਮਹੀਨੇ ਦਾ ਯੂਨੀਵਰਸਿਟੀ ਦਾ ਸਟਰਕਚਰ ਹੀ ਨਹੀਂ ਸਮਝ ਆਉਂਦਾ, ਅਗਲਾ ਮਹੀਨਾ ਚੜਦਾ ਯੂਨੀਵਰਸਿਟੀ ਕਹਿੰਦੀ ਆ ਫੀਸ ਦਿਓ, ਤੇ ਫਿਰ ਬੱਚੇ ਕਹਿੰਦੇ ਜੀ ਏਜੰਟ ਨੇ ਸਾਡੇ ਨਾਲ ਧੋਖਾ ਕਰ ਲਿਆ। ਇਸ ਕਰਕੇ ਏਜੰਟ ਕਦੇ ਧੋਖਾ ਨਹੀਂ ਕਰਦੇ ਜੀ। ਜਦੋਂ ਤੁਸੀਂ ਜਾਂਦੇ ਹੋ ਆਪਣੇ ਏਜੰਟ ਨੂੰ ਮਿਲਦੇ ਹੋ ਜਾਂ ਕੰਸਲਟੈਂਟ ਨੂੰ ਮਿਲਦੇ ਹੋ, ਉਹਨੂੰ ਪੁੱਛੋ ਕਿ ਤੁਸੀਂ ਸਾਡੀ ਫੀਸ ਕਿੰਨੇ ਟਾਈਮ ਦੀ ਭਰੀ ਹੈ। ਜੇ ਉਹ ਕਹਿੰਦਾ 3 ਮਹੀਨੇ ਦੀ ਭਰੀ ਹੈ ਤਾਂ ਉਹਦੇ ਤੋਂ ਰਿਸਿਪਟ 3 ਮਹੀਨੇ ਦੀ ਲੈ ਲਓ, ਜਿਹਨੂੰ ਆਪਾਂ TT ਕਾਪੀ ਵੀ ਕਹਿੰਦੇ ਆ। ਆਲਦੋ ਮੈਮ ਕੈਸ਼ ਲੈਟਰ ਤੇ ਵੀ ਮੈਂਸ਼ਨ ਹੋ ਕੇ ਆਉਂਦੀ ਹੈ ਕਿ ਆਪਾਂ ਤੁਹਾਡੀ ਇੰਨੀ ਕੁ ਫੀਸ ਰਿਸੀਵ ਕੀਤੀ ਹੈ। ਸੋ ਮੇਰੀ ਉਹਨਾਂ ਸਾਰਿਆਂ ਮਤਲਬ ਕਿ ਸਟੂਡੈਂਟਸ ਨੂੰ ਰਿਕੁਐਸਟ ਹੈ ਜਾਂ ਪੇਰੈਂਟਸ ਨੂੰ ਰਿਕੁਐਸਟ ਹੈ, ਕੰਸਲਟੈਂਟ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਪੂਰੀ ਤਰ੍ਹਾਂ ਖੋਲ ਕੇ ਗੱਲ ਕਰੋ, ਕਿਉਂਕਿ ਬਾਅਦ ਦੇ ਵਿੱਚ ਫਿਰ ਉਹ ਮੈਡਮ ਵਾਲਾ ਹੀ ਸਵਾਲ ਆਉਂਦਾ ਕਿ ਸਾਡੇ ਨਾਲ ਧੋਖਾ ਹੋ ਗਿਆ। ਇਸ ਕਰਕੇ ਜਦੋਂ ਵੀ ਯੂਕੇ ਅਪਲਾਈ ਕਰਦੇ ਹੋ ਜੀ, ਸਪੈਸ਼ਲੀ ਫਾਈਨੈਂਸ਼ੀਅਲ ਪਾਰਟ ਨੂੰ ਲੈ ਕੇ ਤੁਸੀਂ ਧਿਆਨ ਨਾਲ ਦੇਖੋ ਕਿ ਫੀਸ ਕਿੰਨੇ ਮਹੀਨੇ ਦੀ ਭਰੀ ਹੈ ਤੇ ਉਹਦੇ ਹਿਸਾਬ ਨਾਲ ਹੀ ਆਪਣੇ ਕੰਸਲਟੈਂਟ ਨੂੰ ਪੇ ਕਰੋ। ਬਿਲਕੁਲ। ਸੋ ਜੇਕਰ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਫੀਸ ਨੂੰ ਲੈ ਕੇ ਮਨ ਦੇ ਵਿੱਚ ਕੋਈ ਸਵਾਲ ਹੈ ਤਾਂ ਕਿ ਜਿਸ ਵੀ ਏਜੰਟ ਦੇ ਕੋਲ ਜਾਂਦੇ ਹੋ ਉਹਨਾਂ ਦੇ ਨਾਲ ਪਹਿਲਾਂ ਹੀ ਤੁਸੀਂ ਇਹ ਗੱਲ ਕਲੀਅਰ ਕਰ ਲਓ ਕਿ ਯੂਕੇ ਜਾਣਾ ਹੈ, ਕੀ ਫੀਸ ਸਟਰਕਚਰ ਨੇ। ਜਿੱਦਾਂ ਸਰ ਨੇ ਦੱਸਿਆ ਕਿ ਇਸ ਹਿਸਾਬ ਦੇ ਨਾਲ ਤੁਸੀਂ ਆਪਣੇ ਏਜੰਟ ਦੇ ਕੋਲ ਜਾ ਸਕਦੇ ਹੋ, ਇਸ ਹਿਸਾਬ ਦੇ ਨਾਲ ਤੁਸੀਂ ਫੀਸ ਦੇ ਸਕਦੇ ਹੋ, ਵੀਜ਼ੇ ਕਿਸ ਤਰ੍ਹਾਂ ਲੱਗਣਗੇ, ਤੁਸੀਂ ਸਾਰੀ ਕੁਐਰੀਜ਼ ਆਪਣੇ ਏਜੰਟ ਦੇ ਕੋਲ ਜਾ ਕੇ ਇਹ ਸਭ ਪੁੱਛ ਸਕਦੇ ਹੋ, ਜੋ ਅਕਸਰ ਹੀ ਸਾਰਿਆਂ ਦੇ ਦਿਲ ਦੇ ਵਿੱਚ ਸਵਾਲ ਹੁੰਦੇ ਨੇ। ਤੇ ਸਕਾਲਰਸ਼ਿਪ ਦੀ ਜੇ ਗੱਲ ਹੁੰਦੀ, ਜੇ ਘੱਟ ਬਜਟ ਤੇ ਜਾ ਰਹੇ ਆ ਤਾਂ ਸਕਾਲਰਸ਼ਿਪ ਦਾ ਕੀ ਸਿਸਟਮ ਹੈ ਉਧਰ? ਮੈਮ ਸਕਾਲਰਸ਼ਿਪ ਦੇਖੋ, ਤੁਹਾਨੂੰ ਔਨ ਐਵਰੇਜ ਜਦੋਂ ਤੁਹਾਡਾ ਆਫਰ ਲੈਟਰ ਆਉਂਦਾ ਹੈਗਾ ਨਾ, ਆਫਰ ਲੈਟਰ ਤੇ ਈਚ ਐਂਡ ਐਵਰੀਥਿੰਗ ਮੈਂਸ਼ਨ ਹੁੰਦੀ ਹੈ। ਬਟ ਹੁਣ ਕੰਡੀਸ਼ਨ ਇੱਕ ਆ ਜਾਂਦੀ ਹੈ ਜੀ, ਕੀ ਤੁਸੀਂ ਆਫਰ ਲੈਟਰ ਪੜ੍ਹਿਆ ਹੈ ਜਾਂ ਨਹੀਂ ਪੜ੍ਹਿਆ। ਤਾਂ ਜੇ ਤੁਹਾਨੂੰ ਸਕਾਲਰਸ਼ਿਪ ਮਿਲੀ ਹੈ ਜੀ, ਤੁਹਾਨੂੰ ਪਹਿਲੇ ਦਿਨ ਤੋਂ ਪਤਾ ਲੱਗ ਜਾਊਗਾ। ਜੇ ਤੁਹਾਨੂੰ ਨਹੀਂ ਮਿਲੀ, ਉਹ ਵੀ ਤੁਹਾਨੂੰ ਪਹਿਲੇ ਦਿਨ ਤੋਂ ਪਤਾ ਲੱਗ ਜਾਊਗਾ। 1 ਸਾਲ ਦੀ ਡਿਗਰੀ ਹੈ ਜੀ, ਉੱਧਰ ਜਾ ਕੇ ਤੁਹਾਨੂੰ ਕੀ ਪਤਾ ਲੱਗਣਾ। ਸਭ ਕੁਝ ਇੱਥੇ ਹੀ ਪਤਾ ਲੱਗ ਜਾਂਦਾ। ਬਟ ਕੰਡੀਸ਼ਨ ਇਹ ਹੈ ਕਿ ਤੁਹਾਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ, ਕਿਉਂਕਿ ਆਪਾਂ ਉਸ ਮੁਲਕ ਚੱਲੇ ਆ ਜਿੱਥੇ ਪੜ੍ਹਾਈ ਕਰਨੀ ਹੈ। ਇਹ ਕਦੇ ਨਾ ਕਹੋ ਜੀ ਮੈਂ ਆਫਰ ਨਹੀਂ ਪੜ੍ਹਿਆ ਹੈ ਨਾ, ਜਾਂ ਮੈਂ ਦੇਖਿਆ ਨਹੀਂ ਜੀ ਫੀਸ ਕਿੰਨੀ ਭਰੀ ਹੈ। ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਜਿਹੜੇ ਸਟੂਡੈਂਟ ਇਦਾਂ ਕਹਿੰਦੇ ਹੈਗੇ ਜਾਂ ਪੇਰੈਂਟਸ ਇਦਾਂ ਕਹਿੰਦੇ ਆ ਸਾਨੂੰ ਤਾਂ ਪਤਾ ਨਹੀਂ ਲੱਗਿਆ ਉਸ ਟਾਈਮ, ਪਲੀਜ਼ ਜਦੋਂ ਵੀ ਆਫਰ ਲੈਟਰ ਆਉਂਦਾ ਉਸ ਪੂਰੇ ਆਫਰ ਲੈਟਰ ਨੂੰ ਧਿਆਨ ਨਾਲ ਪੜ੍ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਇੰਨੀ ਫੀਸ ਅਫੋਰਡ ਕਰ ਸਕਦੇ ਹਾਂ, ਇੰਨੇ ਕੁ ਖਰਚੇ ਅਸੀਂ ਝੱਲ ਸਕਦੇ ਹਾਂ, ਤਾਂ ਅਪਲਾਈ ਕਰੋ। ਅਦਰਵਾਈਜ਼ ਫਿਰ ਕੋਈ ਹੋਰ ਦੇਖ ਲਓ, ਕਿਉਂਕਿ ਯੂਨੀਵਰਸਿਟੀਆਂ ਤਾਂ 160 ਯੂਨੀਵਰਸਿਟੀ ਹੈ, ਕੋਈ ਨਾ ਕੋਈ ਯੂਨੀਵਰਸਿਟੀ ਤੁਹਾਨੂੰ ਸਕਾਲਰਸ਼ਿਪ ਤਾਂ ਦੇ ਹੀ ਦੇਊਗੀ। ਬਿਲਕੁਲ। ਤੇ ਇਹ ਤਾਂ ਸਟੱਡੀ ਵੀਜ਼ੇ ਦੀ ਗੱਲ ਹੋ ਗਈ। ਜੇ ਸਪਾਊਸ ਵੀਜ਼ੇ ਤੇ ਜਾਣਾ ਹੋਵੇ ਤਾਂ ਕੀ ਐਲੀਜੀਬਿਲਿਟੀ ਹੈ, ਕੀ ਚਾਹੀਦਾ, ਪ੍ਰੋਫਾਈਲ ਕਿਹੋ ਜਿਹੀ ਹੋਣੀ ਚਾਹੀਦੀ ਹੈ? ਜੀ ਮੈਮ, ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਆਸਟ੍ਰੇਲੀਆ ਤੋਂ ਬਾਅਦ ਇੱਕ ਯੂਕੇ ਹੀ ਇਦਾਂ ਦੀ ਕੰਟਰੀ ਬਚਦੀ ਹੈ ਜਿੱਥੇ ਸਪਾਊਸ ਨਾਲ ਜਾਣਾ ਚਾਹੁੰਦਾ ਹੈ। ਬੇਸਿਕਲੀ ਮੈਮ, ਅਗਰ ਮੈਂ ਸਪਾਊਸ ਦੀ ਐਲੀਜੀਬਿਲਿਟੀ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਨਹੀਂ
ਕਿ ਸਪਾਊਸ ਦੀ ਕੋਈ ਐਲੀਜੀਬਿਲਟੀ ਹੈ, ਬਟ ਇੱਕੋ ਹੀ ਐਲੀਜੀਬਿਲਟੀ ਹੈ ਕਿ ਸਪਾਊਸ ਹੋਣਾ ਚਾਹੀਦਾ ਹੈ, ਬਿਲਕੁਲ। ਪਲੱਸ ਉਹਦੇ ਕੋਲ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਹੈ। ਸਪਾਊਸ ਦਾ ਜੀ ਸਿਰਫ ਪਾਸਪੋਰਟ ਜਿਹੜਾ ਹੈਗਾ ਉਹ ਚਾਹੀਦਾ ਹੁੰਦਾ ਹੈਗਾ। ਇਸ ਤੋਂ ਇਲਾਵਾ ਨਾ ਤਾਂ ਸਪਾਊਸ ਦੀ ਕੋਈ ਐਜੂਕੇਸ਼ਨ, ਨਾ ਹੀ ਉਹਦੇ ਫਾਈਨੈਂਸ, ਮਤਲਬ ਕਿ ਇੰਨਾ ਲੰਬਾ ਚੌੜਾ ਕੋਈ ਹਿਸਾਬ ਕਿਤਾਬ ਨਹੀਂ ਹੈ ਜੀ। ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਤੇ ਜਿਹੜਾ ਤੁਹਾਡਾ ਸਪਾਊਸ ਹੈ ਉਹਦਾ ਵੀਜ਼ਾ ਆਇਆ ਹੋਣਾ ਚਾਹੀਦਾ ਹੈਗਾ ਮੇਨ ਐਪਲੀਕੈਂਟ ਦਾ, ਤੇ ਸਪਾਊਸ ਦਾ ਵੀਜ਼ਾ ਆ ਜਾਂਦਾ। ਆਲਦੋ ਸਪਾਊਸ ਦੀ ਕੋਈ ਇੰਟਰਵਿਊ ਵੀ ਨਹੀਂ ਹੁੰਦੀ। ਤੇ ਜਿਹੜੇ ਸਪਾਊਸ ਜਿਹੜਾ ਨਾਲ ਜਾ ਰਿਹਾ, ਮੇਨ ਜੋ ਐਪਲੀਕੈਂਟ ਹੈ, ਸਾਰੀ ਪ੍ਰੋਸੈਸ ਉਹਦੇ ਤੇ ਟਿਕਦੀ ਹੈ ਜੀ, ਕਿ ਜੀ, ਜੀ, ਸਟੱਡੀ ਜ਼ਿਆਦਾਤਰ ਕਈ ਹੁੰਦੇ ਨੇ +2 ਤੋਂ ਬਾਅਦ ਸਪਾਊਸ ਵੀਜ਼ਾ ਲਵਾਉਣਾ ਚਾਹੁੰਦੇ ਨੇ, ਤੇ ਉਹਨਾਂ ਦੇ ਲਈ ਕੀ? ਮੈਮ +2 ਤੋਂ ਇਲਾਵਾ ਦੇਖੋ, ਅਗਰ ਆਪਾਂ ਗੱਲ ਕਰੀਏ ਇੰਡੀਅਨ ਲਾਅ ਦੀ ਗੱਲ ਕਰੀਏ ਜਾਂ ਆਪਾਂ UK ਲਾਅ ਦੀ ਗੱਲ ਕਰੀਏ, ਪਹਿਲੀ ਗੱਲ ਤਾਂ ਇਹ ਹੁੰਦਾ ਹੈ ਜੀ, ਅਗਰ ਮੈਂ +2 ਹੈਗਾ ਰਾਈਟ, +2 ਤੋਂ ਬਾਅਦ ਮੈਂ ਗੈਪ 2-3 ਸਾਲ ਦਾ ਲੈ ਰਿਹਾ, ਇਟ ਮੀਨ ਕਿ ਅਗਰ ਮੈਂ +2 ਹੁਣੇ ਕੀਤੀ ਹੈ ਤਾਂ ਮੇਰਾ ਵਿਆਹ ਜਲਦੀ ਹੋ ਗਿਆ, ਮੇਰੀ ਉਮਰ ਹੀ ਨਹੀਂ ਸੀਗੀ ਵਿਆਹ ਦੀ, ਹੈ ਨਾ, ਕਿਉਂਕਿ ਵਿਆਹ ਦੀ ਵੀ ਇੱਕ ਉਮਰ ਹੁੰਦੀ ਹੈ। ਤੇ ਜਿਹੜੇ +2 ਸਪਾਊਸ ਨੇ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ, ਜਿਹੜਾ ਮੇਨ ਐਪਲੀਕੈਂਟ ਹੈ ਉਹ +2 ਨਾ ਹੋਵੇ, ਜਿਹੜਾ ਸਪਾਊਸ ਹੈ ਉਹ +2 ਹੋ ਸਕਦਾ ਹੈ, ਕਿਉਂਕਿ ਜਦੋਂ ਵੀ ਤੁਸੀਂ +2 ਦੀ ਗੱਲ ਕਰਦੇ ਹੋ, +2 ਦੀ ਆਪਣੀ ਇੱਕ ਏਜ ਹੈ ਜੀ, ਵਿਆਹ ਦੀ ਇੱਕ ਆਪਣੀ ਏਜ ਹੈ। ਮੈਨੂੰ ਲੱਗਦਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਹੀ ਵਿਆਹ ਹੋਣਾ ਚਾਹੀਦਾ ਹੈ ਜਾਂ ਹੁੰਦਾ ਹੈਗਾ, ਉਸ ਤੋਂ ਬਾਅਦ ਸਪਾਊਸ ਜਾ ਸਕਦਾ। ਆਲਦੋ ਸਾਰੀ ਕੰਟਰੀਆਂ ਦੀ ਗੱਲ ਕਰੀਏ, +2 ਜਿਹੜਾ ਮੇਨ ਐਪਲੀਕੈਂਟ ਹੈ ਉਹਦਾ ਸਪਾਊਸ ਬਾਹਰ ਨਹੀਂ ਜਾ ਸਕਦਾ ਜੀ ਐਜ਼ ਅ ਡਿਪੈਂਡੈਂਟ ਵੀਜ਼ਾ। ਹਾਂ, ਬਾਕੀ ਫਿਰ ਵੀ ਵਿਆਹ ਕਰਾ ਲੈਣੇ ਆ ਜੀ, ਵੇਟ ਕਰੋ, ਉਸ ਤੋਂ ਬਾਅਦ ਜਦੋਂ ਤੁਸੀਂ ਉੱਧਰ ਗ੍ਰੈਜੂਏਟ ਹੋ ਜਾਓਗੇ ਉਦੋਂ ਜਾ ਸਕਦੇ ਹੋ, 3 ਸਾਲ ਬਾਅਦ ਜਾ ਸਕਦੇ ਹੋ। ਬਿਲਕੁਲ। ਸੋ ਜਿਸ ਤਰੀਕੇ ਦੇ ਨਾਲ ਕੋਈ ਵੀ ਮਨ 'ਚ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਇਹਨਾਂ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਸਕਰੀਨ ਤੇ ਨੰਬਰ ਨੇ, ਤੁਸੀਂ ਉਹਨਾਂ ਤੇ ਫੋਨ ਕਰ ਸਕਦੇ ਹੋ, ਆਪਣੇ ਜੋ ਸਵਾਲ ਨੇ ਤੁਸੀਂ ਪੁੱਛ ਸਕਦੇ ਹੋ ਕਿ ਕਿਸ ਕੰਟਰੀ ਦੇ ਵਿੱਚ ਜਾਣਾ, ਕਿਸ ਤਰੀਕੇ ਦੇ ਨਾਲ ਫਾਈਲ ਅਸੈਸਮੈਂਟ ਤੁਸੀਂ ਕਰਵਾਉਣਾ ਚਾਹੁੰਦੇ ਹੋ, ਕਰ ਸਕਦੇ ਹੋ। ਸਕਾਲਰਸ਼ਿਪ ਬਾਰੇ, ਕਿਸੇ ਵੀ ਚੀਜ਼ ਬਾਰੇ ਕੁਝ ਵੀ ਤੁਹਾਡੇ ਸਵਾਲ ਨੇ, ਜੇਕਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ। ਤੇ ਜਲਦੀ ਹੀ ਹੁਣ ਅਜੇ ਇੱਕ ਹੋਰ ਸ਼ੋਅ ਦੇ ਨਾਲ ਹਾਜ਼ਰ ਹੋਵਾਂਗੇ, ਤਦ ਤੱਕ ਲਈ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ।